ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੇਦ ਨ ਜਾਣ ਮੂਲ ਸਾਈਂ ਜੇ ਹਿਆ। ਜੀਵਨੀ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ। ਤੁਹਾਨੂੰ ਤਾਂ ਰੱਬ ਮਿਲਿਆ। ਦਮਦਮੀ ਟਕਸਾਲ ਦੇ ਸਿੰਘਾਂ ਨੂੰ ਬਾਬਾ ਠਾਕੁਰ ਸਿੰਘ ਜੀ ਬਾਰੇ ਬਚਨ ਸੰਤ ਬਾਬਾ ਕੀਰਤਨ ਸਿੰਘ ਜੀ ਤਰਨਾਤਲ ਬਾਬਾ ਬਕਾਲਾ ਸਾਹਿਬ ਵਾਲੇ। ਇਹ ਤੁਰਿਆ ਫਿਰਦਾ ਰੱਬ ਹੈ। ਸਿੰਘਾਂ ਨੂੰ ਬਾਬਾ ਠਾਕੁਰ ਸਿੰਘ ਜੀ ਬਾਰੇ ਬਚਨ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ। ਸਮਰਪਣ। ਦਮਦਮੀ ਟਕਸਾਲ ਦੇ ਬਾਨੀ ਸਰਬੰਸ ਦਾਨੀ ਬਾਦਸ਼ਾਹ ਦਰਵੇਸ਼ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ। ਸਮੂਹ ਸਿੱਖ ਸੰਗਤਾਂ ਅਤੇ ਪਾਠਕਾਂ ਲਈ ਜ਼ਰੂਰੀ ਬੇਨਤੀ। ਸੰਤ ਬਾਬਾ ਠਾਕੁਰ ਸਿੰਘ ਜੀ ਪੂਰਨ ਬ੍ਰਹਮ ਗਿਆਨੀ ਸਨ। ਸਿੱਖ ਸੰਗਤਾਂ ਦੇ ਬੜੇ ਹੀ ਲੰਮੇ ਸਮੇਂ ਤੋਂ ਇਹ ਮੰਗ ਸੀ ਕਿ ਸੰਤ ਬਾਬਾ ਠਾਕੁਰ ਸਿੰਘ ਜੀ ਦੇ ਜੀਵਨ ਬਿਰਤਾਂਤ 'ਤੇ ਕੋਈ ਪੁਸਤਕ ਲਿਖੀ ਜਾਵੇ। ਉਹਨਾਂ ਦੇ ਜੀਵਨ ਨੂੰ ਸਮਝਣਾ ਅਤੇ ਬਿਆਨ ਕਰਨਾ ਅਗਾਧ ਬੋਧ ਕਾਰਜ ਹੈ। ਦਾਸਰਿਆਂ ਵੱਲੋਂ ਉਹਨਾਂ ਦੀ 1912 ਈਸਵੀ ਤੋਂ ਲੈ ਕੇ 2004 ਈਸਵੀ ਤੱਕ ਦੀ ਸੰਸਾਰਕ ਯਾਤਰਾ ਨੂੰ ਪੇਸ਼ ਕਰਨ ਦਾ ਇਹ ਬਹੁਤ ਹੀ ਨਿਮਾਣਾ ਜਿਹਾ ਯਤਨ ਹੈ। ਬਾਬਾ ਜੀ ਦੇ ਨਾਲ ਸੰਬੰਧਿਤ ਬੇਅੰਤ ਹੀ ਘਟਨਾਵਾਂ ਅਤੇ ਸਾਖੀਆਂ ਹਨ, ਜਿਨ੍ਹਾਂ ਨੂੰ ਜੇਕਰ ਲਿਖਣ ਦੀ ਕੋਸ਼ਿਸ਼ ਕਰੀਏ ਤਾਂ ਬਹੁਤ ਹੀ ਵੱਡਾ ਗ੍ਰੰਥ ਤਿਆਰ ਹੋ ਸਕਦਾ ਹੈ। ਅਸੀਂ ਆਪਣੀਆਂ ਸੀਮਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਕੁਝ ਕੁ ਪ੍ਰਮੁੱਖ ਅਤੇ ਵਿਸ਼ੇਸ਼ ਘਟਨਾਵਾਂ, ਸਾਖੀਆਂ ਅਤੇ ਸਿਧਾਂਤਕ ਪੱਖਾਂ ਦਾ ਇਸ ਪੁਸਤਕ ਵਿੱਚ ਜ਼ਿਕਰ ਕੀਤਾ ਹੈ। ਸਾਰੇ ਗੁਰੂ ਪਿਆਰਿਆਂ ਨੂੰ ਬੇਨਤੀ ਹੈ ਕਿ ਦਾਸਾਂ ਦੀ ਤੁੱਛ ਬੁੱਧੀ ਹੋਣ ਕਾਰਨ ਬਹੁਤ ਹੀ ਤਰੁੱਟੀਆਂ ਰਹਿ ਗਈਆਂ ਹੋਣਗੀਆਂ, ਸੋ ਇਸ ਲਈ ਆਪ ਸਭਨਾਂ ਅੱਗੇ ਖਿਮਾ ਦੇ ਜਾਚਕ ਹਾਂ। ਇਹ ਪੁਸਤਕ ਕੁੱਲ 4 ਭਾਗਾਂ ਵਿੱਚ ਵੰਡੀ ਗਈ ਹੈ। ਇਹ ਸਾਰੇ ਭਾਗ ਇਤਿਹਾਸਕ ਕਾਲਕ੍ਰਮ ਅਨੁਸਾਰ ਬਣਾਏ ਗਏ ਹਨ। ਜਿਵੇਂ ਪਹਿਲਾ ਭਾਗ ਬਾਬਾ ਠਾਕੁਰ ਸਿੰਘ ਜੀ ਦੇ ਜਨਮ 1912 ਈਸਵੀ ਤੋਂ ਲੈ ਕੇ 1945 ਈਸਵੀ ਤੱਕ ਦਾ ਹੈ। ਇਸ ਸਮੇਂ ਦੌਰਾਨ ਬਾਬਾ ਜੀ ਹਾਲੇ ਜਥੇ ਵਿੱਚ ਸ਼ਾਮਲ ਨਹੀਂ ਹੋਏ ਹੁੰਦੇ, ਸਗੋਂ ਆਪਣੇ ਘਰ ਰਹਿ ਕੇ ਹੀ ਕਿਰਤ ਕਮਾਈ ਅਤੇ ਭਗਤੀ ਕਰਦੇ ਹਨ। ਦੂਸਰਾ ਭਾਗ 1945 ਈਸਵੀ ਤੋਂ ਲੈ ਕੇ 1969 ਈਸਵੀ ਤੱਕ ਦਾ ਹੈ। ਇਹ ਭਾਗ ਬਾਬਾ ਜੀ ਦੇ ਜਥੇ ਵਿੱਚ ਆਉਣ ਤੋਂ ਲੈ ਕੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਅਕਾਲ ਚਲਾਣ ਤੱਕ ਦੇ ਸਮੇਂ 'ਤੇ ਕੇਂਦਰਿਤ ਹੈ। ਤੀਸਰਾ ਭਾਗ 1969 ਈਸਵੀ ਤੋਂ ਲੈ ਕੇ 1984 ਈਸਵੀ ਤੱਕ ਦਾ ਹੈ, ਜਿਸ ਵਿੱਚ ਸੰਤ ਗਿਆਨੀ ਕਰਤਾਰ ਸਿੰਘ ਜੀ ਦੇ ਦਮਦਮੀ ਟਕਸਾਲ ਦੇ ਮੁਖੀ ਬਣਨ ਤੋਂ ਲੈ ਕੇ ਜੂਨ 1984 ਦੇ ਘੱਲੂਘਾਰੇ ਤੱਕ ਦੇ ਸਮੇਂ ਦਾ ਜ਼ਿਕਰ ਕੀਤਾ ਗਿਆ ਹੈ। ਚੌਥੇ ਭਾਗ ਵਿੱਚ 1984 ਈਸਵੀ ਤੋਂ ਲੈ ਕੇ 2004 ਤੱਕ ਬਾਬਾ ਠਾਕੁਰ ਸਿੰਘ ਜੀ ਦੁਆਰਾ ਦਮਦਮੀ ਟਕਸਾਲ ਦੀ ਕਾਰਜਕਾਰੀ ਮੁਖੀ ਦੇ ਤੌਰ 'ਤੇ ਕੀਤੀ ਸੇਵਾ ਤੋਂ ਲੈ ਕੇ ਅਕਾਲ ਚਲਾਣਾ ਕਰਨ ਤੱਕ ਦਾ ਜ਼ਿਕਰ ਹੈ। ਸਾਈਂ ਜਿਹਾ ਪੋਥੀ ਦਾ ਤਤਕਰਾ। ਭੂਮਿਕਾ। ਪਹਿਲਾ ਭਾਗ 1912 ਈਸਵੀ ਤੋਂ 1945 ਤੱਕ ਦਾ। ਨੰਬਰ 1 ਬਾਬਾ ਜੀ ਦਾ ਜਨਮ ਅਸਥਾਨ ਪਿੰਡ ਈਚੋਗਿੱਲ। ਨੰਬਰ 2 ਪਿਤਾ ਬਹਾਦਰ ਸਿੰਘ ਜੀ ਅਤੇ ਉਸ ਸਮੇਂ ਦੇ ਪੰਥਕ ਹਾਲਾਤ। ਨੰਬਰ 3 ਗੁਰਬਾਣੀ ਲਾਗ ਰਹਾਓ। ਨੰਬਰ 4 ਦਮਦਮੀ ਟਕਸਾਲ ਨਾਲ ਜੁੜਨ ਦੀ ਵਿਧ ਬਣਨੀ। ਦੂਸਰਾ ਭਾਗ 1945 ਈਸਵੀ ਤੋਂ 1969 ਈਸਵੀ ਤੱਕ। ਨੰਬਰ 1 ਜਥੇ ਵਿੱਚ ਸ਼ਾਮਲ ਹੋਣਾ। ਨੰਬਰ 2 ਘਰ ਵਾਪਸ ਮੁੜਨ ਦਾ ਫੁਰਨਾ। ਨੰਬਰ 3 ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਗੜਬਈ ਦੀ ਸੇਵਾ ਮਿਲਣੀ। ਨੰਬਰ 4 ਬਿਖਮ ਘਾਲਣਾ। ਨੰਬਰ 5 ਸੱਚਖੰਡ ਜਾਣ ਦਾ ਮੌਕਾ। ਭਾਗ ਤੀਜਾ 1969 ਈਸਵੀ ਤੋਂ 1984 ਈਸਵੀ। ਨੰਬਰ 1 ਸੰਤ ਗਿਆਨੀ ਕਰਤਾਰ ਸਿੰਘ ਜੀ ਦੀ ਸੰਗਤ ਵਿੱਚ। ਨੰਬਰ 2 ਸੰਤ ਕਰਤਾਰ ਸਿੰਘ ਜੀ ਵੱਲੋਂ ਕੀਤਾ ਜਾਂਦਾ ਅਥਾਹ ਸਤਿਕਾਰ। ਨੰਬਰ 3 ਸੇਵਾ ਅਤੇ ਨਾਮ ਸਿਮਰਨ ਅਭਿਆਸ। ਨੰਬਰ 4 ਜਥੇ ਦੀ ਸੇਵਾ ਸੰਭਾਲ ਅਤੇ ਅਗਲਾ ਮੁਖੀ ਚੁਣਨ ਲਈ ਬਾਬਾ ਜੀ ਪ੍ਰਥਾਏ ਬਚਨ। ਨੰਬਰ 5 ਸੰਤ ਜਰਨੈਲ ਸਿੰਘ ਜੀ, ਮੈਂ ਬਾਬਾ ਠਾਕੁਰ ਸਿੰਘ ਜੀ ਦਾ ਬੱਚਾ ਹਾਂ। ਨੰਬਰ 6 ਧਰਮਯੁੱਧ ਮੋਰਚੇ ਦੀ ਸ਼ੁਰੂਆਤ ਅਤੇ ਧਰਤੀ 'ਤੇ ਤੁਰਿਆ ਫਿਰਦਾ ਰੱਬ। ਨੰਬਰ 7 ਜੂਨ 1984 ਦਾ ਘੱਲੂਘਾਰਾ। ਭਾਗ ਚੌਥਾ 1984 ਈਸਵੀ ਤੋਂ 2004 ਤੱਕ। ਨੰਬਰ 1 ਬਾਬਾ ਜੀ ਦਾ ਗੁਪਤਵਾਸ ਰਹਿਣਾ। ਨੰਬਰ 2 ਪਹਿਲਾ ਸ਼ਹੀਦੀ ਸਮਾਗਮ। ਨੰਬਰ 3 ਸਰਬੱਤ ਖਾਲਸੇ ਦਾ ਆਯੋਜਨ। ਨੰਬਰ 4 ਰਾਜੀਵ ਗਾਂਧੀ ਦੁਆਰਾ ਸਮਝੌਤੇ ਦੀ ਪੇਸ਼ਕਸ਼। ਨੰਬਰ 5 ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮੁੜ ਉਸਾਰੀ। ਨੰਬਰ 6
ਸੇਵਾਦਾਰ। ਨੰਬਰ 7 ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਸਹਾਇਤਾ। ਨੰਬਰ 8 ਰੱਬ ਨੂੰ ਯਾਦ ਕੀਤਾ। ਨੰਬਰ 9 ਭਾਈ ਹਰਜਿੰਦਰ ਸਿੰਘ ਜਿੰਦੇ ਅਤੇ ਸੁਖਦੇਵ ਸਿੰਘ ਸੁੱਖੇ ਦਾ ਬਾਬਾ ਜੀ ਨਾਲ ਪ੍ਰੇਮ। ਨੰਬਰ 10 ਪੰਥ ਦਾ ਰਾਜਨੀਤਿਕ ਹਾਲ ਅਤੇ ਸਿਮਰਨਜੀਤ ਸਿੰਘ ਬਾਰੇ। ਨੰਬਰ 11 ਦੁਸ਼ਟ ਨੂੰ ਸੋਧਣ ਲਈ ਭਗਤੀ ਕਰਨੀ ਵੀ ਜ਼ਰੂਰੀ ਹੈ। ਨੰਬਰ 12 ਭਾਈ ਬਾਣੀ ਪੜ੍ਹਿਆ ਕਰੋ। ਨੰਬਰ 13 ਗੁਰਦੁਆਰਾ ਸ਼ਹੀਦਗੰਜ ਸਾਹਿਬ ਅਤੇ ਦਮਦਮੀ ਟਕਸਾਲ ਦਾ ਵਿਸਥਾਰ। ਨੰਬਰ 14 ਦੇਸ਼ ਵਿਦੇਸ਼ ਦੀਆਂ ਯਾਤਰਾਵਾਂ ਦਾ ਆਰੰਭ। ਨੰਬਰ 15 ਸਾਰੇ ਪਾਸੇ ਬਾਬਾ ਜੀ ਹੀ ਦਿਸਦੇ। ਨੰਬਰ 16 ਭਾਵਨਾ ਨੂੰ ਫਲ ਫਲਹਿਰੀ ਠੀਕ ਹੋਈ। ਨੰਬਰ 17 ਤੇ ਪਦਾਰਥ ਕਦੇ ਮਸਤਾਨੇ ਨਹੀਂ ਹੋਏ। ਨੰਬਰ 18 ਬਾਬਾ ਜੀ ਦਾ ਜਥੇ ਦੇ ਸਿੰਘਾਂ ਨਾਲ ਪ੍ਰੇਮ। ਨੰਬਰ 19 ਕਥਾਵਾਚਕ ਅਤੇ ਕੀਰਤਨੀਏ ਬਣਦੀਆਂ ਦਾਤਾਂ। ਨੰਬਰ 20 ਮੈਂ ਤਾਂ 500 ਸਿੰਘਾਂ ਦਾ ਪਰਿਵਾਰ ਚਲਾਉਂਦਾ ਹਾਂ। ਨੰਬਰ 21 ਪੰਥਕ ਸੰਪਰਦਾਵਾਂ ਦੀਆਂ ਰਹਿਤ ਮਰਿਆਦਾਵਾਂ ਬਾਰੇ। ਨੰਬਰ 22 ਸੰਤ ਜੀ ਚੜ੍ਹਦੀ ਕਲਾ ਵਿੱਚ ਹਨ। ਨੰਬਰ 23 ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਨੰਬਰ 24 ਦਮਦਮੀ ਟਕਸਾਲ ਨਾਲ ਸੰਬੰਧਿਤ ਕੁਝ ਕੁ ਅਸਥਾਨਾਂ ਦੀ ਸੂਚੀ। ਪੰਥ ਦੀਆਂ ਸਤਿਕਾਰਯੋਗ ਹਸਤੀਆਂ ਵੱਲੋਂ ਸੰਤ ਬਾਬਾ ਠਾਕੁਰ ਸਿੰਘ ਜੀ ਦੀ ਪਹਿਲੀ ਬਰਸੀ ਸਮਾਗਮ ਦੌਰਾਨ ਬਾਬਾ ਜੀ ਦੇ ਪ੍ਰਥਾਏ ਬਚਨ। ਸੰਤ ਬਾਬਾ ਜਗਜੀਤ ਸਿੰਘ ਜੀ ਹਰਖਵਾਲ। ਬਾਬਾ ਠਾਕੁਰ ਸਿੰਘ ਜੀ ਦੀ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ। ਬਾਬਾ ਜੀ ਆਪਣੀ ਮਿਸਾਲ ਆਪ ਸਨ। ਬਾਬਾ ਠਾਕੁਰ ਸਿੰਘ ਜੀ ਦੀ ਚੁੱਪ ਤੋਂ ਸਰਕਾਰਾਂ ਡਰਦੀਆਂ ਸਨ। ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਜੀ। ਸੰਤ ਬਾਬਾ ਠਾਕੁਰ ਸਿੰਘ ਜੀ ਹਮੇਸ਼ਾ ਨਾਮ ਸਿਮਰਨ ਵਿੱਚ ਲੀਨ ਰਹਿੰਦੇ ਸਨ। ਬਾਬਾ ਜੀ ਆਪ ਕਥਾ ਨਹੀਂ ਕਰਦੇ ਸਨ, ਪਰ ਆਪ ਜੀ ਦੇ ਜਪ ਤਪ ਅਤੇ ਨਾਮ ਸਿਮਰਨ ਅਭਿਆਸ ਕਮਾਈ ਕਾਰਨ ਉਹਨਾਂ ਨੇ ਕਿਤਨੇ ਹੀ ਸਿੰਘਾਂ ਨੂੰ ਕਥਾਕਾਰ ਗੁਰਮਤਿ ਪ੍ਰਚਾਰਕ ਬਣਾਇਆ। ਸੰਤ ਗਿਆਨੀ ਅਮੀਰ ਸਿੰਘ ਜੀ ਜਵੱਦੀ ਟਕਸਾਲ। ਸੰਤ ਬਾਬਾ ਠਾਕੁਰ ਸਿੰਘ ਜੀ ਹਮੇਸ਼ਾ ਹੀ ਗੁਰਬਾਣੀ ਨਾਲ ਜੁੜੇ ਰਹਿੰਦੇ। ਉਹਨਾਂ ਨੇ ਬੇਅੰਤ ਸਿੱਖ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਬਾਬਾ ਠਾਕੁਰ ਸਿੰਘ ਜੀ ਨੇ ਹੀ ਸੰਨ 1991 ਵਿੱਚ ਸੰਤ ਬਾਬਾ ਸੁੱਚਾ ਸਿੰਘ ਜੀ ਨੂੰ ਹੁਕਮ ਕੀਤਾ ਸੀ ਕਿ ਹਰ ਸਾਲ ਅਦੁੱਤੀ ਸੰਗੀਤ ਸੰਮੇਲਨ ਕਰਵਾਇਆ ਕਰੋ, ਜਿਸ ਵਿੱਚ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਨੂੰ ਰਾਗਾਂ ਵਿੱਚ ਗਾਇਆ ਜਾਵੇ। ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ। ਬਾਬਾ ਠਾਕੁਰ ਸਿੰਘ ਜੀ ਨੇ ਕੌਮ ਦੀ ਉਸ ਵਿਖੜੇ ਸਮੇਂ ਵਿੱਚ ਅਗਵਾਈ ਕੀਤੀ ਜਿਸ ਵੇਲੇ ਹਰ ਪਾਸੇ ਹਨੇਰਾ ਹੀ ਹਨੇਰਾ ਨਜ਼ਰੀ ਆਉਂਦਾ ਸੀ। ਉਹਨਾਂ ਨੇ ਗੁਰਮਤਿ ਅਨੁਸਾਰ ਕੌਮ ਨੂੰ ਸੇਧ ਦੇ ਕੇ ਇੱਕ ਪਲੇਟਫਾਰਮ 'ਤੇ ਕੌਮ ਨੂੰ ਇਕੱਤਰ ਕੀਤਾ ਅਤੇ ਖੰਡੇ ਪਾਠ ਦਾ ਅੰਮ੍ਰਿਤ ਸੰਚਾਰ ਕਰਕੇ ਜਿਸ ਵੇਲੇ ਹਰ ਪਾਸੇ ਸਹਿਮ ਹੀ ਸਹਿਮ ਸੀ, ਗੁਰੂ ਚਰਨਾਂ ਨਾਲ ਜੋੜ ਕੇ ਨਿਰਭੈ ਖਾਲਸਾ ਸਾਜ ਕੇ ਕੌਮ 'ਤੇ ਬਹੁਤ ਵੱਡਾ ਪਰਉਪਕਾਰ ਕੀਤਾ। ਸਿੰਘ ਸਾਹਿਬ ਗਿਆਨੀ ਭਗਵਾਨ ਸਿੰਘ ਜੀ ਸਾਬਕਾ ਹੈੱਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ ਜੀ। ਬਾਬਾ ਠਾਕੁਰ ਸਿੰਘ ਜੀ ਦੇ ਜਿੱਥੇ ਵੀ ਦਰਸ਼ਨ ਕਰਨ ਦਾ ਸੁਭਾਗ ਮਿਲਦਾ, ਉਹਨਾਂ ਨੂੰ ਕੋਈ ਨਾ ਕੋਈ ਸਿੰਘ ਬਾਣੀ ਸੁਣਾ ਹੀ ਰਿਹਾ ਹੁੰਦਾ। ਬਾਬਾ ਠਾਕੁਰ ਸਿੰਘ ਜੀ ਨੇ ਪੰਥ ਲਈ ਅਨੇਕਾਂ ਕਾਰਜ ਕੀਤੇ। ਬਾਬਾ ਠਾਕੁਰ ਸਿੰਘ ਜੀ ਦੁਆਰਾ ਸ੍ਰੀ ਅਕਾਲ ਤਖਤ ਸਾਹਿਬ ਦੀ ਮੋੜ ਉਸਾਰੀ ਅਤੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਰਾਗਮਾਲਾ ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭੋਗ ਪਾਉਣਾ ਉਹਨਾਂ ਦੇ ਮਹਾਨ ਕਾਰਜ ਸਨ। ਟਕਸਾਲ ਵਾਲਿਓ, ਬਾਬਾ ਠਾਕੁਰ ਸਿੰਘ ਜੀ ਦੁਆਰਾ ਕੀਤੇ ਕਾਰਜਾਂ 'ਤੇ ਫਖਰ ਮਹਿਸੂਸ ਕਰ ਤੁਹਾਡਾ ਸਿਰ ਉੱਚਾ ਹੋਣਾ ਚਾਹੀਦਾ ਹੈ। ਸੰਤ ਹਰੀ ਸਿੰਘ ਜੀ ਰੰਧਾਵੇ ਵਾਲੇ। ਬਾਬਾ ਠਾਕੁਰ ਸਿੰਘ ਜੀ ਸਿੱਖ ਕੌਮ ਦੀ ਮਹਾਨ ਸ਼ਖਸੀਅਤ ਸਨ। ਬਾਬਾ ਜੀ ਮਹਾਨ ਪਰਉਪਕਾਰੀ, ਨਾਮ ਰਸੀਏ, ਤਿਆਗੀ, ਬੈਰਾਗੀ ਅਤੇ ਮੁਕਤ ਪੁਰਸ਼ ਸਨ। ਸੰਤ ਗਿਆਨੀ ਅਵਤਾਰ ਸਿੰਘ ਜੀ ਬਧਨੀ ਕਲਾਂ। ਗੁਰਮਤਿ ਅਨੁਸਾਰ ਵਿਦਵਾਨ ਜਾਂ ਮਹਾਨ ਹੋ ਜਾਣ ਨਾਲੋਂ ਵੱਡਾ ਗੁਣ ਨਿਰਮਾਣ ਹੋ ਜਾਣ ਵਿੱਚ ਹੈ। ਬਾਬਾ ਠਾਕੁਰ ਸਿੰਘ ਜੀ ਦੇ ਅੰਦਰ ਬੇਮਿਸਾਲ ਨਿਰਮਾਨਤਾ ਸੀ। ਜਿਹੜੀ ਨਿਰਮਾਨਤਾ ਸਤਿਕਾਰਯੋਗ ਬਾਬਾ ਠਾਕੁਰ ਸਿੰਘ ਜੀ ਦੇ ਜੀਵਨ ਵਿੱਚ ਦੇਖਣ ਨੂੰ ਮਿਲਦੀ ਸੀ, ਉਹ ਕਿਸੇ ਹੋਰ ਸਾਧੂ ਮਹਾਤਮਾ ਦੀ ਸ਼ਖਸੀਅਤ ਵਿੱਚੋਂ ਮਿਲਣੀ ਮੁਸ਼ਕਿਲ ਹੈ। ਸੰਤ ਬਾਬਾ ਸੁਖਦੇਵ ਸਿੰਘ ਜੀ ਨਾਨਕਸਰ ਸਾਹਿਬ ਵਾਲੇ। ਭਾਵੇਂ ਦਿਨ ਹੋਵੇ ਜਾਂ ਰਾਤ, ਬਾਬਾ ਠਾਕੁਰ ਸਿੰਘ ਜੀ ਦੇ ਜਦੋਂ ਵੀ ਦਰਸ਼ਨ ਕਰਨ ਜਾਣਾ, ਉਹ ਗੁਰਬਾਣੀ ਪਾਠ ਹੀ ਸੁਣਦੇ ਰਹਿੰਦੇ ਸਨ। ਬਾਬਾ ਠਾਕੁਰ ਸਿੰਘ ਜੀ ਦੇ ਦਰਸ਼ਨ ਕਰ ਮਨ ਸੰਤੁਸ਼ਟ ਹੋ ਜਾਣਾ, ਇੰਝ ਲੱਗਣਾ ਕਿ ਸਾਨੂੰ ਨਿਰੰਕਾਰ ਦੇ ਦਰਸ਼ਨ ਹੋ ਗਏ, ਰੱਬ ਦੇ ਦਰਸ਼ਨ ਹੋ ਗਏ ਹਨ। ਮੂਲ ਮੰਤਰ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ। ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਭੂਮਿਕਾ।
ਬਾਦਸ਼ਾਹ ਦਰਵੇਸ਼ ਦਸਮ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਾਜੀ ਦਮਨੀ ਟਕਸਾਲ ਸਿੱਖ ਪੰਥ ਦੀ ਸਿਰਮੌਰ ਸੰਪਰਦਾ ਹੈ। ਦਮਨੀ ਟਕਸਾਲ ਭਗਤੀ ਸ਼ਕਤੀ ਦਾ ਪ੍ਰਤੀਕ, ਗੁਰਮਤਿ ਜੀਵਨ ਜਾਂਚ ਸਿਖਾਉਣ ਵਾਲੀ ਅਤੇ ਬ੍ਰਹਮ ਵਿਦਿਆ ਦਾ ਮੁਜੱਸਮਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਵਰਸਾਈ ਹੋਣ ਕਾਰਨ ਦਮਨੀ ਟਕਸਾਲ ਸਿੱਖੀ ਦੀ ਅਸਲ ਮਰਿਆਦਾ ਅਤੇ ਰਹਿਣੀ ਬਹਿਣੀ ਦੀ ਧਾਰਨੀ ਹੈ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਗੁਰਬਾਣੀ ਦੇ ਅਰਥ ਅਤੇ ਗੁਰਮਤਿ ਗਿਆਨ ਦੀ ਦਾਤ ਨੂੰ ਸਿੱਖ ਪੰਥ ਵਿੱਚ ਵੰਡਣ ਦੀ ਮਹਾਨ ਸੇਵਾ ਦਮਨੀ ਟਕਸਾਲ ਆਪਣੀ ਸਥਾਪਤੀ ਤੋਂ ਹੀ ਨਿਭਾ ਰਹੀ ਹੈ। ਸਿੱਖ ਪੰਥ 'ਤੇ ਆਏ ਹਰ ਤਰ੍ਹਾਂ ਦੇ ਸੰਕਟ ਵਿੱਚ ਪੰਥ ਦੇ ਨਾਲ ਖੜ੍ਹਨ ਅਤੇ ਅਗਾਂਹ ਵੱਧ ਕੁਰਬਾਨੀਆਂ ਦੇਣ ਦਾ ਦਮਨੀ ਟਕਸਾਲ ਦੇ ਮੁਖੀਆਂ ਅਤੇ ਵਿਦਿਆਰਥੀਆਂ ਦਾ ਆਪਣਾ ਮਹਾਨ ਇਤਿਹਾਸ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਬੋ ਕੀ ਤਲਵੰਡੀ ਸ੍ਰੀ ਦਮਦਮਾ ਸਾਹਿਬ ਵਿਖੇ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰਵਾਈ ਅਤੇ 48 ਸਿੰਘਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਪੜ੍ਹਾ ਸਿਖਾ ਕੇ ਬ੍ਰਹਮ ਵਿਦਿਆ ਦੇ ਮੁਜੱਸਮੇ ਵਜੋਂ ਦਮਨੀ ਟਕਸਾਲ ਦੀ ਸਥਾਪਨਾ ਕੀਤੀ। ਇਹਨਾਂ 48 ਸਿੰਘਾਂ ਵਿੱਚੋਂ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਜੀ ਨੂੰ ਗੁਰੂ ਸਾਹਿਬ ਜੀ ਨੇ ਸੀਨਾ ਬਸੀਨਾ ਇਸ ਬ੍ਰਹਮ ਵਿਦਿਆ ਨੂੰ ਚਲਾਉਣ ਲਈ ਕਿਹਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੱਚਖੰਡ ਗਮਨ ਤੋਂ ਬਾਅਦ ਭਾਈ ਮਨੀ ਸਿੰਘ ਜੀ ਸ੍ਰੀ ਅੰਮ੍ਰਿਤਸਰ ਅਤੇ ਬਾਬਾ ਦੀਪ ਸਿੰਘ ਜੀ ਸਾਬੋ ਕੀ ਤਲਵੰਡੀ ਵਿਖੇ ਰਹਿ ਕੇ ਹੀ ਗੁਰਮਤਿ ਪ੍ਰਚਾਰ ਅਤੇ ਪ੍ਰਸਾਰ ਦੀ ਸੇਵਾ ਨਿਭਾਉਂਦੇ ਹਨ। ਬਾਬਾ ਦੀਪ ਸਿੰਘ ਜੀ ਨਾਲ ਸੰਬੰਧਿਤ ਟਕਸਾਲ ਨੂੰ ਅਜੋਕੇ ਸਮੇਂ ਵਿੱਚ ਦਮਨੀ ਟਕਸਾਲ ਜਥਾ ਪਿੰਡਰਾਂ ਕਿਹਾ ਜਾਂਦਾ ਹੈ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਵਿਖੇ ਭਾਈ ਮਨੀ ਸਿੰਘ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖਵਾ ਰਹੇ ਸਨ ਤਾਂ ਉਸ ਸਮੇਂ ਬਾਬਾ ਦੀਪ ਸਿੰਘ ਜੀ ਦੀ ਸੇਵਾ ਕਲਮਾਂ ਤਿਆਰ ਕਰਨ, ਸਿਆਹੀ ਅਤੇ ਕਾਗਜ਼ਾਤ ਦਾ ਪ੍ਰਬੰਧ ਕਰਨ ਦੀ ਹੁੰਦੀ ਸੀ। ਨਾਂਦੇੜ ਵਿਖੇ 1704 ਈਸਵੀ ਵਿੱਚ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੰਦੇ ਹਨ ਤਾਂ ਜਿਨ੍ਹਾਂ 5 ਸਿੰਘਾਂ ਸਮੇਤ ਗੁਰੂ ਸਾਹਿਬ ਜੀ ਅਰਦਾਸ ਕਰਦੇ ਹਨ ਤਾਂ ਉਹਨਾਂ ਵਿੱਚ ਬਾਬਾ ਦੀਪ ਸਿੰਘ ਜੀ ਵੀ ਸ਼ਾਮਲ ਸਨ। ਬਾਬਾ ਦੀਪ ਸਿੰਘ ਜੀ ਬਹੁਤ ਵਿਦਵਾਨ ਅਤੇ ਅਨੇਕ ਭਾਸ਼ਾਵਾਂ ਦੇ ਗਿਆਤਾ ਸਨ। ਬਾਬਾ ਦੀਪ ਸਿੰਘ ਜੀ ਨੇ ਆਪਣੇ ਹੱਥੀਂ ਕੁੱਲ 4 ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਮੁਖੀ ਵਿੱਚ ਅਤੇ ਇੱਕ ਅਰਬੀ ਭਾਸ਼ਾ ਵਿੱਚ ਲਿਖਿਆ। ਬਾਬਾ ਦੀਪ ਸਿੰਘ ਜੀ ਦੁਆਰਾ ਗੁਰਮੁਖੀ ਵਿੱਚ ਲਿਖੇ 4 ਸਰੂਪ 4 ਤਖਤ ਸਾਹਿਬਾਨ, ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ, ਤਖਤ ਸ੍ਰੀ ਅਬਚਲ ਨਗਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਭੇਜੇ ਗਏ ਸਨ ਅਤੇ ਅਰਬੀ ਭਾਸ਼ਾ ਵਾਲਾ ਸਰੂਪ ਅਰਬ ਦੇਸ਼ਾਂ ਵਿੱਚ ਰਹਿਣ ਵਾਲੀ ਸਿੱਖ ਸੰਗਤ ਨੂੰ ਭੇਜਿਆ ਗਿਆ ਸੀ। ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਪਾਵਨ ਗੁਰਧਾਮਾਂ ਦੀ ਬੇਅਦਬੀ ਹੋਣ ਤੋਂ ਬਚਾਉਣ ਲਈ ਬਾਬਾ ਦੀਪ ਸਿੰਘ ਜੀ ਬਿਰਧ ਉਮਰ ਵਿੱਚ ਵੀ ਅਗਵਾਈ ਕਰਦਿਆਂ ਯਾਕੂਬ ਖਾਨ ਦੀ ਫੌਜ ਨਾਲ ਟਾਕਰਾ ਕੀਤਾ ਅਤੇ ਸਿਰ ਧੜ ਤੋਂ ਵੱਖ ਹੋਣ ਦੇ ਬਾਵਜੂਦ ਵੀ ਜੰਗ ਦੇ ਮੈਦਾਨ ਵਿੱਚ ਲੜਦਿਆਂ ਮੁਗਲਾਂ ਨੂੰ ਭਜਾ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾ ਸੀਸ ਪਰਿਕਰਮਾ ਵਿੱਚ ਰੱਖ ਸ਼ਹੀਦੀ ਦਾ ਜਾਮ ਪੀਤਾ। ਬਾਬਾ ਦੀਪ ਸਿੰਘ ਜੀ ਤੋਂ ਬਾਅਦ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਦਮਨੀ ਟਕਸਾਲ ਦੀ ਅਗਵਾਈ ਕਰਦੇ ਹਨ। ਬਾਬਾ ਗੁਰਬਖਸ਼ ਸਿੰਘ ਜੀ ਬਾਬਾ ਦੀਪ ਸਿੰਘ ਜੀ ਵਾਂਗ ਸਿੱਖ ਪੰਥ ਅਤੇ ਦਮਨੀ ਟਕਸਾਲ ਦੀ ਸੇਵਾ ਨਿਭਾਉਂਦੇ ਹਨ। ਬਾਬਾ ਜੀ ਨੇ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਕਰਨ ਆਏ ਜ਼ਾਲਮ ਅਬਦਾਲੀ ਦੀਆਂ ਫੌਜਾਂ ਦਾ ਟਾਕਰਾ ਕੀਤਾ ਅਤੇ ਬਾਬਾ ਦੀਪ ਸਿੰਘ ਜੀ ਵਾਂਗ ਹੀ ਸਿਰ ਧੜ ਤੋਂ ਵੱਖ ਹੋਣ ਦੇ ਬਾਵਜੂਦ ਵੀ ਜੰਗ ਦੇ ਮੈਦਾਨ ਵਿੱਚ ਜ਼ਾਲਮਾਂ ਦੇ ਆਹੂ ਲਾਏ ਅਤੇ ਸ਼ਹੀਦੀ ਪ੍ਰਾਪਤ ਕੀਤੀ। ਉਹਨਾਂ ਤੋਂ ਬਾਅਦ ਗਿਆਨੀ ਭਾਈ ਸੂਰਤ ਸਿੰਘ ਜੀ ਦਮਨੀ ਟਕਸਾਲ ਦੇ ਅਗਲੇ ਮੁਖੀ ਬਣਦੇ ਹਨ। ਗਿਆਨੀ ਜੀ ਨਾਮ ਬਾਣੀ ਦੇ ਰਸੀਏ ਅਤੇ ਵਿਦਿਆ ਮਾਰਤੰਡ ਸਨ। ਸਿੱਖ ਇਤਿਹਾਸ ਨੂੰ ਸਾਂਭਣ ਅਤੇ ਗੁਰਬਾਣੀ ਅਰਥ ਬੋਧ ਨੂੰ ਅਗਾਂਹ ਤੋਰਨ ਲਈ ਗਿਆਨੀ ਜੀ ਨੇ ਅਨੇਕਾਂ ਕਾਰਜ ਕੀਤੇ। ਇਸੇ ਤਰ੍ਹਾਂ ਗਿਆਨੀ ਜੀ ਦੀਆਂ ਹੋਰਨਾਂ ਸੇਵਾਵਾਂ ਵਿੱਚ ਉਹਨਾਂ ਦੁਆਰਾ ਭਾਈ ਮਨੀ ਸਿੰਘ ਰਤਨਾਵਲੀ ਅਤੇ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦਾ ਟੀਕਾ ਵੀ ਤਿਆਰ ਕਰਵਾਉਣਾ ਆਦਿ ਨੂੰ ਯਾਦ ਕੀਤਾ ਜਾ ਸਕਦਾ ਹੈ। ਗਿਆਨੀ ਭਾਈ ਸੂਰਤ ਸਿੰਘ ਜੀ ਤੋਂ ਬਾਅਦ ਭਾਈ ਗੁਰਦਾਸ ਸਿੰਘ ਜੀ ਦਮਨੀ ਟਕਸਾਲ ਦੇ ਅਗਲੇ ਮੁਖੀ ਬਣਦੇ ਹਨ, ਜਿਨ੍ਹਾਂ ਦਾ ਜੀਵਨ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਭਾਈ ਸਾਹਿਬ ਜੀ ਨਾਮ ਬਾਣੀ ਦੇ ਰਸੀਏ ਗੁਰਮੁਖ ਰੂਹ ਸਨ, ਜਿਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਕਰਦਿਆਂ ਅਨੇਕਾਂ ਵਿਦਿਆਰਥੀ ਸਿੰਘਾਂ ਨੂੰ ਬ੍ਰਹਮ ਵਿਦਿਆ ਦੀ ਦਾਤ ਵੰਡੀ। ਭਾਈ ਸਾਹਿਬ ਜੀ ਤੋਂ ਉਪਰੰਤ ਦਮਨੀ ਟਕਸਾਲ ਦੇ ਅਗਲੇ ਮੁਖੀ ਗਿਆਨੀ ਭਾਈ ਸੰਤ ਸਿੰਘ ਜੀ ਬਣਦੇ ਹਨ। ਗਿਆਨੀ ਜੀ ਭਾਰਤੀ ਦਰਸ਼ਨ ਅਤੇ ਕਾਵਿ ਸ਼ਾਸਤਰੀ ਗ੍ਰੰਥਾਂ ਦੇ ਬਹੁਤ ਗੂੜ੍ਹ ਵਿਦਵਾਨ ਸਨ। ਉਹਨਾਂ ਦੇ ਪ੍ਰੇਰਨਾ ਸਦਕਾ ਹੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਸ੍ਰੀ ਹਰਿਮੰਦਰ ਸਾਹਿਬ 'ਤੇ ਸੋਨਾ ਲਗਵਾਉਣ ਦੀ ਸੇਵਾ ਕੀਤੀ। ਮਹਾਨ ਕਵੀ ਭਾਈ ਸੰਤੋਖ ਸਿੰਘ ਜੀ, ਜਿਨ੍ਹਾਂ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਰਚਿਆ, ਉਹ ਗਿਆਨੀ ਜੀ ਦੇ ਹੀ ਵਿਦਿਆਰਥੀ ਸਨ। ਉਹਨਾਂ ਤੋਂ ਬਾਅਦ ਸੰਤ ਦਇਆ ਸਿੰਘ ਜੀ ਦਮਨੀ ਟਕਸਾਲ ਦੇ ਅਗਲੇ ਮੁਖੀ ਬਣਦੇ ਹਨ।
ਸੰਤ ਜੀ ਨੇ ਅਨੇਕਾਂ ਹੀ ਵਿਦਿਆਰਥੀਆਂ ਨੂੰ ਬ੍ਰਹਮ ਵਿਦਿਆ ਦੀ ਦਾਤ ਵੰਡੀ ਅਤੇ ਅਨੇਕਾਂ ਹੀ ਸਿੰਘਾਂ ਨੂੰ ਕਥਾਕਾਰ ਅਤੇ ਵਿਦਵਾਨ ਬਣਾ ਪੰਥ ਦੀ ਮਹਾਨ ਸੇਵਾ ਕੀਤੀ। ਸੰਤ ਜੀ ਤੋਂ ਉਪਰੰਤ ਸੰਤ ਗਿਆਨੀ ਭਗਵਾਨ ਸਿੰਘ ਜੀ ਦਮਦਮੀ ਟਕਸਾਲ ਦੇ ਮੁਖੀ ਬਣਦੇ ਹਨ। ਸੰਤ ਜੀ ਸੰਤ ਦਇਆ ਸਿੰਘ ਜੀ ਵਾਂਗ ਹੀ ਅਨੇਕਾਂ ਸਿੰਘਾਂ ਨੂੰ ਬ੍ਰਹਮ ਵਿਦਿਆ ਦੀ ਦਾਤ ਵੰਡਦੇ ਹਨ। ਸੰਤ ਜੀ ਦੇ ਪ੍ਰਮੁੱਖ ਵਿਦਿਆਰਥੀਆਂ ਵਿੱਚੋਂ ਸੰਤ ਹਰਨਾਮ ਸਿੰਘ ਜੀ ਬੇਦੀ, ਸੰਤ ਫਤਿਹਚੰਦ ਜੀ ਅਤੇ ਸੰਤ ਅਮੀਰ ਸਿੰਘ ਜੀ ਆਦਿ ਨਾਮ ਲਿਖਿਆ ਜਾ ਸਕਦਾ ਹੈ। ਸੰਤ ਜੀ ਨੇ ਗੁਰਬਾਣੀ ਵਿਆਖਿਆ ਪ੍ਰਣਾਲੀ ਵਿੱਚ ਵੱਡਾ ਯੋਗਦਾਨ ਪਾਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਮੱਧ ਸੇ ਭਗਤਾਂ ਕੀ ਬਾਣੀ ਨਾਮਕ ਸੰਪਰਦਾਇ ਸੰਗ੍ਰਹਿ ਟੀਕਾ 2 ਭਾਗਾਂ ਵਿੱਚ ਛਪਵਾਇਆ। ਆਪ ਜੀ ਤੋਂ ਬਾਅਦ ਦਮਦਮੀ ਟਕਸਾਲ ਦੇ ਅਗਲੇ ਮੁਖੀ ਸੰਤ ਹਰਨਾਮ ਸਿੰਘ ਜੀ ਬੇਦੀ ਬਣਦੇ ਹਨ। ਸੰਤ ਜੀ ਆਪਣੇ ਜੀਵਨ ਦਾ ਬਹੁਤਾ ਭਾਗ ਡੇਰਾ ਬਾਬਾ ਜੋਗਾ ਸਿੰਘ ਅੰਮ੍ਰਿਤਸਰ ਵਿਖੇ ਹੀ ਕੱਟਦੇ ਹਨ। ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਹੋਣ ਦੇ ਨਾਲ ਹੀ ਦਮਦਮੀ ਟਕਸਾਲ ਦੇ ਮੁਖੀ ਵਜੋਂ ਆਪ ਜੀ ਨੇ ਗੁਰਮਤਿ ਪ੍ਰਚਾਰ ਲਈ ਅਨੇਕਾਂ ਸੇਵਾਵਾਂ ਕੀਤੀਆਂ। ਆਪ ਜੀ ਤੋਂ ਬਾਅਦ ਸੰਤ ਬਾਬਾ ਬਿਸ਼ਨ ਸਿੰਘ ਜੀ ਮਰਾਲੇ ਵਾਲੇ ਦਮਦਮੀ ਟਕਸਾਲ ਦੇ ਅਗਲੇ ਮੁਖੀ ਬਣਦੇ ਹਨ। ਸੰਤ ਜੀ ਬਹੁਤ ਹੀ ਮਹਾਨ ਤਪਸਵੀ, ਨਾਮ ਬਾਣੀ ਦੇ ਰਸੀਏ ਅਤੇ ਵਿਦਵਾਨ ਸਨ। ਇਹਨਾਂ ਦੇ ਸਮੇਂ ਦਮਦਮੀ ਟਕਸਾਲ ਦੇ ਸਿੰਘ ਬਹੁਤ ਸਮਾਂ ਪਿੰਡ ਮਰਾਲੇ ਵਿਖੇ ਹੀ ਰਹਿੰਦੇ ਸਨ। ਸੰਤ ਜੀ ਦਾ ਗੁਰਬਾਣੀ ਅਦਬ ਅਤੇ ਨਾਮ ਰਸ ਦੀ ਲਿਵ ਲੀਨਤਾ ਨੂੰ ਬਿਆਨ ਕਰਨ ਤੋਂ ਬਾਹਰ ਦੀ ਗੱਲ ਹੈ। ਆਪ ਜੀ ਤੋਂ ਬਾਅਦ ਸੰਤ ਸੁੰਦਰ ਸਿੰਘ ਜੀ ਦਮਦਮੀ ਟਕਸਾਲ ਦੇ ਅਗਲੇ ਮੁਖੀ ਵਜੋਂ ਸੇਵਾ ਕਰਨੀ ਆਰੰਭ ਕਰਦੇ ਹਨ। ਸੰਤ ਸੁੰਦਰ ਸਿੰਘ ਜੀ ਦਾ ਪਿੰਡ ਭਿੰਡਰ ਕਲਾਂ ਹੁੰਦਾ ਹੈ ਅਤੇ ਉਹਨਾਂ ਦੇ ਨਾਮ ਦੇ ਅੰਤ 'ਤੇ ਭਿੰਡਰਾਂ ਵਾਲੇ ਦਾ ਲਗਭ ਪਿਛੇਤਰ ਨਾਮ ਜੁੜ ਜਾਂਦਾ ਹੈ, ਜੋ ਕਿ ਅੱਗੇ ਜਾ ਕੇ ਅਗਲੇਰੇ ਮੁਖੀਆਂ ਦੇ ਨਾਮ ਨਾਲ ਵੀ ਜੁੜ ਜਾਂਦਾ ਹੈ। ਸੰਤ ਜੀ ਨੇ ਸਿੱਖ ਪੰਥ ਦੀ ਲਾਸਾਨੀ ਸੇਵਾ ਕੀਤੀ। ਸੰਤ ਜੀ ਨੇ ਤਕਰੀਬਨ 21 ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਕਥਾ ਕੀਤੀ ਅਤੇ 1300 ਤੋਂ ਵੱਧ ਵਿਦਿਆਰਥੀ ਸਿੰਘਾਂ ਨੂੰ ਬ੍ਰਹਮ ਵਿਦਿਆ ਦੀ ਦਾਤ ਵੰਡੀ, ਜਿਸ ਵਿੱਚ 1000 ਦੇ ਲਗਭਗ ਪਾਠੀ, 200 ਤੋਂ ਵੱਧ ਪ੍ਰਚਾਰਕ ਅਤੇ 100 ਤੋਂ ਵੱਧ ਗਿਆਨੀ ਸਿੰਘ ਤਿਆਰ ਕੀਤੇ। ਸੰਤ ਜੀ ਤੋਂ ਦਮਦਮੀ ਟਕਸਾਲ ਦੇ ਅਗਲੇ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਬਣਦੇ ਹਨ। ਸੰਤ ਜੀ ਵਿਦਿਆ ਮਾਰਤੰਡ, ਭਾਰਤੀ ਦਰਸ਼ਨ ਅਤੇ ਹੋਰ ਅਨੇਕਾਂ ਹੀ ਗ੍ਰੰਥਾਂ ਦੇ ਵਿਦਵਾਨ ਸਨ। ਸੰਤ ਜੀ ਨੇ ਪੂਰੇ ਭਾਰਤ ਵਿੱਚ ਜਥੇ ਸਮੇਤ ਯਾਤਰਾਵਾਂ ਕਰਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ। ਸੰਤ ਜੀ ਦੇ ਪ੍ਰਚਾਰ ਸਦਕਾ ਹੀ ਲੱਖਾਂ ਹੀ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ ਸਿੰਘ ਸਭਾ ਅਤੇ ਹੋਰਨਾਂ ਪੰਥਕ ਸੰਪਰਦਾਵਾਂ ਦਾ ਸਮੇਂ-ਸਮੇਂ 'ਤੇ ਸਾਥ ਦੇ ਕੇ ਪੰਥ ਨੂੰ ਇਕਜੁੱਟ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਸੰਤ ਜੀ ਦਮਦਮੀ ਟਕਸਾਲ ਦੇ ਅਗਲੇ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਨੂੰ ਚੁਣਦੇ ਹਨ। ਸੰਤ ਕਰਤਾਰ ਸਿੰਘ ਜੀ ਦੁਆਰਾ ਸਿੱਖ ਪੰਥ ਦੀਆਂ ਕੀਤੀਆਂ ਸੇਵਾਵਾਂ ਕਿਸੇ ਪ੍ਰਕਾਰ ਦੀਆਂ ਜਾਣ ਪਛਾਣ ਦੇ ਮੁਹਤਾਜ ਨਹੀਂ ਹਨ। ਸੰਤ ਜੀ ਨੇ ਸਿੱਖ ਪੰਥ ਨੂੰ ਇਕਜੁੱਟ ਕਰਨ, ਲੱਖਾਂ ਹੀ ਪ੍ਰਾਣੀਆਂ ਅੰਮ੍ਰਿਤ ਛਕਾਉਣ ਤੋਂ ਇਲਾਵਾ ਐਮਰਜੈਂਸੀ ਵਰਗੇ ਹਾਲਾਤਾਂ ਵਿੱਚ ਵੀ ਨਿਰੰਤਰ ਜਲੂਸ ਕੱਢ ਕੇ ਸਿੱਖ ਸੁਰਤ ਨੂੰ ਨਾਮ ਬਾਣੀ ਦੇ ਧਾਰਨੀ ਅਤੇ ਦੇਗ ਤੇਗ ਦੇ ਵਾਰਸ ਬਣਨ ਲਈ ਪ੍ਰੇਰਿਆ। ਇਹਨਾਂ ਤੋਂ ਬਾਅਦ ਦਮਦਮੀ ਟਕਸਾਲ ਦੇ ਅਗਲੇ ਮੁਖੀ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਬਣਦੇ ਹਨ, ਜਿਨ੍ਹਾਂ ਦੀ ਚੋਣ ਸੰਤ ਬਾਬਾ ਠਾਕਰ ਸਿੰਘ ਜੀ ਕਰਦੇ ਹਨ। ਸੰਤ ਜਰਨੈਲ ਸਿੰਘ ਜੀ ਦੇ ਪਾਏ ਪੂਰਨੇ ਬਦੌਲਤ ਹੀ ਸਿੱਖ ਸੰਘਰਸ਼ ਦੁਬਾਰਾ ਚੜ੍ਹਦੀ ਕਲਾ ਵਿੱਚ ਚਲਾ ਜਾਂਦਾ ਹੈ। ਸੰਤ ਜੀ ਦੁਆਰਾ ਕੀਤੇ ਪ੍ਰਚਾਰ ਸਦਕਾ ਅਨੇਕਾਂ ਹੀ ਪ੍ਰਾਣੀਆਂ ਨੇ ਖੰਡੇ ਬਾਟੇ ਦੀ ਪਹੁਲ ਭਾਵ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ ਸਿੰਘ ਸਾਜੇ ਪੰਥ ਲਈ ਕੁਰਬਾਨੀਆਂ ਦਿੱਤੀਆਂ। ਸੰਤ ਜੀ ਅੱਜ ਵੀ ਸਿੱਖ ਪੰਥ ਦੇ ਮਹਾਨ ਨਾਇਕ ਹਨ, ਜੋ ਕਿ ਪੰਥ ਦੇ ਹਰੇਕ ਨੌਜਵਾਨ ਦੇ ਦਿਲਾਂ ਦੀ ਧੜਕਣ ਵਿੱਚ ਵੱਸਦੇ ਹਨ। ਜੂਨ 1984 ਵਿੱਚ ਵਾਪਰੇ ਘੱਲੂਘਾਰੇ ਤੋਂ ਬਾਅਦ ਦਮਦਮੀ ਟਕਸਾਲ ਦੇ ਕਾਰਜਕਾਰੀ ਮੁਖੀ ਵਜੋਂ ਸੰਤ ਬਾਬਾ ਠਾਕਰ ਸਿੰਘ ਜੀ ਆਪਣੀ ਸੇਵਾਵਾਂ ਨਿਭਾਉਂਦੇ ਰਹੇ ਹਨ। ਸੰਤ ਬਾਬਾ ਠਾਕਰ ਸਿੰਘ ਜੀ ਖਾਲਸਾ ਦੇ ਜੀਵਨ ਦੀ ਹੂ-ਬਹੂ ਕਥਾ ਬਿਆਨ ਕਰਨੀ ਮਨੁੱਖੀ ਸਮਰੱਥਾ ਤੋਂ ਪਾਰ ਦੀ ਗੱਲ ਹੈ। ਇਹ ਅਗਮਤਾ ਨੂੰ ਗਮ ਲੈਣਾ ਭਾਵ ਸਮੁੰਦਰ ਦੀ ਗਹਿਰਾਈ ਨੂੰ ਨਾਪ ਲੈਣ ਅਤੇ ਆਕਾਸ਼ ਦੇ ਕਿਨਾਰੇ ਨੂੰ ਲੱਭ ਲੈਣ ਜਿਤਨਾ ਅਤ ਕਠਿਨ ਕਾਰਜ ਹੈ। ਜਿਵੇਂ ਕਿਸੇ ਵੀ ਵਸਤੂ ਦੀ ਅਸਲ ਹੋਂਦ ਦਾ ਭੇਦ ਸਿਰਫ ਉਸ ਦੇ ਸਿਰਜਕ ਨੂੰ ਹੁੰਦਾ ਹੈ, ਜਿਸ ਨੇ ਉਸ ਨੂੰ ਬਣਾਇਆ ਹੋਵੇ। ਇਸੇ ਤਰ੍ਹਾਂ ਸੰਤ ਬਾਬਾ ਠਾਕਰ ਸਿੰਘ ਜੀ, ਜਿਨ੍ਹਾਂ ਦੀ ਨਿਮਰਤਾ ਸਮੁੰਦਰੋਂ ਵੱਧ ਗਹਿਰੀ ਅਤੇ ਗੁਰਬਾਣੀ ਨਾਲ ਪ੍ਰੇਮ ਆਕਾਸ਼ ਦੇ ਕਿਨਾਰਿਆਂ ਤੋਂ ਵੀ ਅਗਾਂਹ ਤੱਕ ਫੈਲਿਆ, ਉਹਨਾਂ ਬਾਬਤ ਵੀ ਉਹ ਸਿਰਜਣਹਾਰ ਪ੍ਰਭੂ ਆਪ ਹੀ ਜਾਣਦਾ ਹੈ। ਉਹਨਾਂ ਦੀ ਅਸਲ ਜੀਵਨ ਗਾਥਾ ਬਿਆਨ ਕਰਨ ਦਾ ਦਾਅਵਾ ਮਾਤਲੋਕ 'ਤੇ ਰਹਿਣ ਵਾਲਾ ਜੀਵ ਉਦੋਂ ਹੀ ਕਰ ਸਕੇ ਜਦੋਂ ਉਹ ਆਪ ਬਾਬਾ ਜੀ ਦੇ ਜੀਵਨ ਤੋਂ ਸੱਚਮੁੱਚ ਜਾਣੂ ਹੋਵੇ, ਅਤੇ ਇੰਜ ਹੋਣਾ ਉਦੋਂ ਹੀ ਮੁਮਕਿਨ ਹੈ ਜਦੋਂ ਜਾਂ ਤਾਂ ਆਪ ਬਾਬਾ ਜੀ ਕਿਰਪਾ ਕਰਨ ਜਾਂ ਵਿਅਕਤੀ ਆਪ ਸਵੈ ਲੋਕ ਤੇ ਪਰਲੋਕੀ ਜੀਵਨ ਦੇ ਭੇਦ ਨੂੰ ਅਸਲ ਅਰਥੀ ਆਤਮਿਕ ਪੱਧਰ 'ਤੇ ਕੋਈ ਰੱਬੀ ਬਖਸ਼ਿਸ਼ ਕਾਰਨ ਜੀਣ ਦਾ ਸੁਭਾਗ ਪ੍ਰਾਪਤ ਕਰ ਸਕਿਆ ਹੋਵੇ।
ਕਿਉਂਕਿ ਸੰਤ ਮਹਾਤਮਾ ਇੱਕੋ ਸਮੇਂ ਦੋ ਜਹਾਨਾਂ ਵਿੱਚ ਹਾਜ਼ਰ ਹੋ ਰਹੇ ਹੁੰਦੇ ਹਨ। ਇਸ ਲਈ ਮਾਤਲੋਕ ਭਾਵ ਇਸ ਧਰਤੀ ਦਾ ਕੋਈ ਸਾਧਾਰਨ ਵਿਅਕਤੀ ਉਹਨਾਂ ਦੇ ਜੀਵਨ ਬਾਰੇ ਕੋਈ ਨਿਸ਼ਚਿਤ ਅਨੁਮਾਨ ਨਹੀਂ ਲਾ ਸਕਦਾ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਵੀ ਹੈ ਕਿ ਅਸੀਂ ਧਰਤੀ 'ਤੇ ਰਹਿਣ ਵਾਲੇ ਜੀਵ ਅਸਲ ਅਤੇ ਕਲਪਨਾ ਵਿਚਲੇ ਫਰਕ ਨੂੰ ਸਹੀ ਅਰਥੀ ਨਾ ਤਾਂ ਸਮਝ ਸਕਦੇ ਹਾਂ ਅਤੇ ਨਾ ਹੀ ਇਹਨਾਂ ਦੋਹਾਂ ਤੋਂ ਉੱਪਰ ਇਸ ਅਸਲ ਅਤੇ ਕਲਪਨਾ ਦਿਸਦੇ ਨਿਜ਼ਾਮ ਨੂੰ ਨਿਤਾ ਪ੍ਰਤੀ ਸਿਰਜਣ ਵਾਲੇ ਸਿਰਜਣਹਾਰ ਮਾਲਕ ਵਾਹਿਗੁਰੂ ਦਾ ਭੇਦ ਜਾਣ ਸਕਦੇ ਹਾਂ। ਇੱਕ ਵਾਰ ਦੀ ਗੱਲ ਹੈ ਕਿ ਚੁਆਂਗ ਤਜੂ ਇੱਕ ਬਹੁਤ ਹੀ ਮਸ਼ਹੂਰ ਚੀਨੀ ਸੰਤ ਆਪਣੇ ਚੇਲਿਆਂ ਦੇ ਸਾਹਮਣੇ ਰੋਜ਼ਾਨਾ ਦੀ ਤਰ੍ਹਾਂ ਬੈਠੇ ਨੇ, ਪਰ ਅੱਜ ਦੇ ਦਿਨ ਕੁਝ ਵਿਸ਼ੇਸ਼ ਵਾਪਰਿਆ ਲੱਗਦਾ। ਇਸ ਦਾ ਕਾਰਨ ਉਹਨਾਂ ਦੇ ਰੂਹਾਨੀ ਚਿਹਰੇ 'ਤੇ ਕੋਈ ਅਣਸੁਲਝੀ ਵਿਥਿਆ ਰਾਹੀਂ ਉਪਜੀ ਉਦਾਸੀ ਤੋਂ ਸਮਝਿਆ ਜਾ ਸਕਦਾ ਹੈ। ਚੇਲੇ ਕੋਸ਼ਿਸ਼ ਕਰਦੇ ਨੇ ਕਿ ਇਸ ਰਮਜ ਨੂੰ ਜਾਣੀਏ ਅਤੇ ਹਿੰਮਤ ਜੁਟਾ ਆਖਰ ਪੁੱਛਦੇ ਨੇ ਕਿ ਇਸ ਉਦਾਸੀ ਪਿੱਛੇ ਕੀ ਕਾਰਨ ਹੈ। ਚੁਆਂਗ ਤਜੂ ਆਪਣੇ ਅਰਸੀ ਆਪਣੀ ਕੌਤਕੀ ਰਮਜਾਂ ਭਰੀ ਉਡਾਨ ਜੋ ਕਿਸੇ ਤੰਦ ਨੂੰ ਜੋੜਨ ਦੀ ਅਸਮਰਥਤਾ ਤੋਂ ਕਿਰਪਾ ਰੂਪੀ ਸੁਆਂਤੀ ਬੂੰਦ ਦੀ ਉਡੀਕ ਵਿੱਚ ਜੁੜ ਬੈਠੀ ਹੈ, ਉਸ ਤੋਂ ਖੁਦ ਨੂੰ ਸੰਕੋਚਦਿਆਂ ਫਰਸੀ ਸਥਿਤੀ ਵਿੱਚ ਵਾਪਸ ਆਉਂਦੇ। ਆਪਣੀ ਉਦਾਸੀ ਦਾ ਕਾਰਨ ਉਹ ਰਾਤੀਂ ਆਏ ਇੱਕ ਸੁਪਨੇ ਨੂੰ ਦੱਸਦੇ, ਜਿਸ ਵਿੱਚ ਖੁਦ ਨੂੰ ਇੱਕ ਤਿਤਲੀ ਬਣਿਆ ਦੇਖ ਵਾਪਰੀ ਅਸਮੰਜਸਤਾ ਦੀ ਝਾਲ ਨੂੰ ਬਿਆਨਦੇ ਹਨ। ਪਹਿਲੀ ਨਜ਼ਰੇ ਤਾਂ ਗੱਲ ਚੇਲਿਆਂ ਨੂੰ ਸਧਾਰਨ ਜਿਹੀ ਜਾਪੀ, ਪਰ ਸੁਪਨਾ ਲੈਣ ਵਾਲਾ ਤਾਂ ਕੋਈ ਸਧਾਰਨ ਨਹੀਂ ਸੀ। ਅੱਗੇ ਉਹ ਆਖਦੇ ਨੇ ਕਿ ਹੁਣ ਮੈਨੂੰ ਇਸ ਗੱਲ ਦੀ ਸਮਝ ਨਹੀਂ ਪੈ ਰਹੀ ਕਿ ਸੱਚ ਕੀ ਹੈ। ਜੋ ਰਾਤੀਂ ਦੇਖਿਆ ਕੀ ਉਹ ਸੁਪਨਾ ਹੈ ਜਿਸ ਵਿੱਚ ਮੈਂ ਤਿਤਲੀ ਬਣ ਗਿਆ ਸਾਂ, ਜਾਂ ਮੈਂ ਖੁਦ ਇਸ ਸਮੇਂ ਕਿਸੇ ਤਿਤਲੀ ਦਾ ਸੁਪਨਾ ਹਾਂ ਜੋ ਤੁਹਾਡੇ ਸਾਹਮਣੇ ਮੇਰੇ ਰੂਪ ਵਿੱਚ ਬੈਠੀ ਹੈ। ਤਿਤਲੀ ਹੋਣਾ ਮੇਰਾ ਸੁਪਨਾ ਹੈ ਜਾਂ ਮੇਰਾ ਚੁਆਂਗ ਤਜੂ ਹੋਣਾ ਕਿਸੇ ਤਿਤਲੀ ਦਾ ਸੁਪਨਾ। ਪਰਮੇਸ਼ਰ ਦੇ ਪਿਆਰੇ ਚੁਆਂਗ ਤਜੂ ਨਾਲ ਵਾਪਰੀ ਇਹ ਘਟਨਾ ਗੂੜ ਰਮਜਾਂ ਨੂੰ ਆਪਣੇ ਅੰਦਰ ਸਮੋਈ ਬੈਠੀ ਹੈ। ਇਹ ਗਾਥਾ ਕਲਪਨਾ ਅਤੇ ਯਥਾਰਥ ਦੇ ਕੁਸਮੁਸੇ ਵਿੱਚੋਂ ਕਿਸੇ ਇੱਕ ਨੂੰ ਚੁਣਨ ਦੀ ਹੈ, ਪਰ ਦਵੰਦ ਇਹ ਹੈ ਕਿ ਦੋਨੋਂ ਇੱਕੋ ਹੀ ਸਮੇਂ ਕਲਪਨਾ ਵਿੱਚ ਲੱਗ ਰਹੇ ਨੇ ਅਤੇ ਯਥਾਰਥ ਵੀ। ਕਲਪਨਾ ਵਿੱਚ ਮਨ ਸਿਰਜਿਤ ਹੁੰਦੀ ਅਤੇ ਯਥਾਰਥ ਸੱਚ ਨੂੰ ਕਿਹਾ ਜਾਂਦਾ ਹੈ। ਮਨ ਸਿਰਜਿਤ ਕਲਪਨਾ ਸੰਸਾਰੀ ਵਰਤਾਰੇ ਨੂੰ ਜਨਮ ਦਿੰਦੀ, ਜਿਸ ਵਿੱਚ ਸੁਰਤ ਪ੍ਰਮੁਖਤਾ ਦੀ ਬਜਾਏ ਵਿਕਾਰਾਂ ਤੋਂ ਉਪਜੀ ਲਿਸ਼ਕਣਾ ਪ੍ਰਮੁਖਤਾ ਵਿੱਚ ਰਹਿੰਦੀ ਹੈ। ਇਹ ਫਿਰ ਪੈਦਾ ਕਰਦੀ ਹੈ ਮੋਹ ਦੀ ਜੋੜ ਵਿਛੋੜੇ ਦੀਆਂ ਤੰਦਾਂ ਨੂੰ, ਜੋ ਜੀਵ ਨੂੰ ਯਥਾਰਥ ਵਰਗੀਆਂ ਲੱਗਦੀਆਂ ਹਨ। ਇਸੇ ਤਰ੍ਹਾਂ ਦੂਸਰੇ ਪਾਸੇ ਅਸਲ ਯਥਾਰਥਕਤਾ ਜਿੱਥੇ ਵਿਕਾਰਾਂ ਦੀ ਬਜਾਏ ਸੁਰਤ ਪ੍ਰਮੁਖਤਾ ਵਿੱਚ ਹੁੰਦੀ ਹੈ, ਉੱਥੇ ਨਿਰੰਤਰ ਨਾਮ ਰਸ ਦੀ ਧਾਰਾ ਵਗਦੀ ਹੈ। ਜਿਸ ਦੇ ਪਿਆਰੇ ਧਰਤੀ ਦੀ ਸਿਰਜਣਾ ਦੇ ਆਦਿ ਛਿਣਾਂ ਤੋਂ ਹੀ ਜਨਮ ਲੈਂਦੇ ਰਹੇ ਹਨ। ਸੋ ਆਦਰਸ਼ਕ ਰਾਹ ਤਾਂ ਸੁਰਤ ਦੀ ਪ੍ਰਮੁਖਤਾ ਵਿੱਚ ਰਹਿਣਾ ਹੈ, ਜੋ ਵਿਵੇਕ ਧਾਰਨ ਕਰ ਅਸਲ ਯਥਾਰਥਕਤਾ ਵੱਲ ਨੂੰ ਉਲਰਦੀ ਹੈ, ਜੀਵ ਦੀ ਕਲਿਆਣ ਕਰਦੀ ਹੈ। ਪਰ ਅਕਾਲ ਪੁਰਖ ਦੇ ਪਿਆਰਿਆਂ ਦੀਆਂ ਅਮਲੀ ਰਮਜਾਂ ਇਸ ਤੋਂ ਵੱਧ ਸੂਖਮ ਹੁੰਦੀਆਂ ਹਨ। ਉਹ ਮਾਇਆ ਅਤੇ ਸੱਚ ਵਿੱਚੋਂ ਭਾਵ ਕਲਪਨਾ ਅਤੇ ਯਥਾਰਥਕਤਾ ਵਿੱਚੋਂ ਕਿਸੇ ਇੱਕ ਨੂੰ ਤਲਾਸ਼ਣ ਲਈ ਨਹੀਂ ਆਏ ਹੁੰਦੇ। ਗੁਰੂ ਨਾਨਕ ਸਾਹਿਬ ਦਾ ਸਥਾਪਿਤ ਕੀਤਾ ਗੁਰਮੁਖ ਗਾਡੀ ਰਾਹ ਤਾਂ ਇਹਨਾਂ ਦੋਨਾਂ ਨੂੰ ਇੱਕੋ ਸਮੇਂ ਨਿਵਾਜਿਸ਼ ਦਿੰਦਾ ਹੈ। ਉਹ ਤਾਂ ਇਸ ਪੰਥ ਦੇ ਪਾਂਧੀਆਂ ਨੂੰ ਆਪਣੀ ਅਕਾਲੀ ਰੰਗ ਵਿੱਚ ਰੱਤ ਕੇ ਭਾਉ ਅਤੇ ਭਾਉ ਦੇ ਵਿਸਮਾਦੀ ਹੁਕਮ ਨਾਲ ਜੋੜਦੇ ਹਨ। ਜਿਵੇਂ ਗੁਰੂ ਨਾਨਕ ਸਾਹਿਬ ਜੀ ਦੀ ਸੱਚੇ ਸੌਦੇ ਵਾਲੀ ਜਨਮ ਸਾਖੀ, ਇਸ ਵਿੱਚ ਉਹ ਸਿਰਫ ਧਰਤੀ ਦੇ ਸੱਚ, ਇਮਾਨਦਾਰੀ, ਨੇਕੀ ਅਤੇ ਸੱਚੀ ਸੁੱਚੀ ਕਿਰਤ ਕਮਾਈ ਨਾਲ ਜੁੜੇ ਭਾਈ ਲਾਲੋ ਲਈ ਹੀ ਕਿਰਪਾ ਨਿਧਾਨ ਨਹੀਂ ਬਣੇ ਹਨ, ਸਗੋਂ ਉਹ ਵਿਕਾਰਾਂ ਵਿੱਚ ਗ੍ਰਸਤ ਮਲਕ ਭਾਗੋ, ਬੇਈਮਾਨੀ, ਜ਼ੁਲਮੀ ਅਤੇ ਠੱਗੀ ਲਈ ਵੀ ਕਿਰਪਾ ਨਿਧਾਨ ਦਿਆਲੂ ਸਰੂਪ ਹਨ। ਉਹ ਆਪਣਾ ਬਿਰਧ ਨਾ ਛੱਡਦੇ ਹੋਏ ਉਹਨਾਂ ਦਾ ਕਲਿਆਣ ਕਰਦੇ ਹਨ। ਗੁਰੂ ਸਾਹਿਬ ਭਾਈ ਲਾਲੋ ਅਤੇ ਮਲਕ ਭਾਗੋ ਦੋਨਾਂ ਨੂੰ ਹੀ ਨਿਵਾਜਦੇ ਹਨ। ਇਸ ਤਰ੍ਹਾਂ ਗੁਰੂ ਸਾਹਿਬਾਨ ਦੇ ਅੰਦਰ ਦੀ ਖੇਡ ਡਾਢੀ ਅਸਗਾਹ ਹੁੰਦੀ ਹੈ। ਉਹ ਇੱਕੋ ਸਮੇਂ ਧਰਤੀ 'ਤੇ ਵਾਪਰੇ ਸੱਚ ਅਤੇ ਝੂਠ ਨੂੰ ਨਿਵਾਜਦਿਆਂ ਹੋਇਆਂ ਆਪਣੇ ਗੁਰਸਿੱਖ ਪਿਆਰਿਆਂ ਨੂੰ ਇਸ ਧਰਤੀ ਤੋਂ ਪਾਰਲੇ ਸਮੁੱਚੇ ਬ੍ਰਹਮੰਡੀ ਵਿਧਾਨ ਤੋਂ ਵੀ ਉੱਪਰ ਵਾਪਰ ਰਹੇ ਸੱਚ ਦੇ ਦਰਸ਼ਨ ਦਿਦਾਰੇ ਕਰਾ ਰਹੇ ਹੁੰਦੇ ਹਨ। ਇਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨਿਰੰਕਾਰ ਦਾ ਵਾਸਾ ਸੱਚਖੰਡ ਕਹਿੰਦੇ ਹਨ, ਜਿਸ ਦੇ ਪ੍ਰਥਾਏ ਉਹ ਜਪਜੀ ਸਾਹਿਬ ਵਿੱਚ ਉਚਾਰਦੇ ਹਨ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖਿਆ ਨਦਰ ਨਿਹਾਲ। ਉਹ ਆਪਣੇ ਗੁਰੂ ਪਿਆਰਿਆਂ ਨੂੰ ਇਸ ਅਕਾਲੀ ਨਿਹਾਲਤਾ ਦੇ ਦਰਸ਼ਨ ਦਿਦਾਰੇ ਕਰਾਉਂਦਿਆਂ ਮੁਕਤੀ ਤੋਂ ਵੀ ਪਾਰਲੇ ਖੰਡ ਨਿਰੰਕਾਰ ਵਿਚਲੀ ਇਕਮਿਕਤਾ ਦੇ ਵਰ ਨਾਲ ਨਿਵਾਜਦੇ ਹਨ।
ਅਤੇ ਧਰਤੀ ਰੂਪੀ ਸੁਰਤ ਅਤੇ ਵਿਕਾਰ ਪ੍ਰਮੁਖਤਾ ਵਿਚਲੇ ਆਪਸੀ ਤਣਾਅ ਤੋਂ ਉਪਜੇ ਘੁਸਮੁਸੇ ਵਿੱਚ ਫਸੇ ਜੀਵਾਂ ਦੇ ਕਲਿਆਣ ਕਰਨ ਲਈ ਬਖਸ਼ਿਸ਼ ਕਰਦੇ ਹਨ। ਇਹਨਾਂ ਗੁਰਮੁਖ ਰੂਹਾਂ ਦਾ ਕਲਿਆਣ ਦਾ ਪਹਿਲਾਂ ਹੋ ਗਿਆ ਹੁੰਦਾ ਹੈ ਅਤੇ ਆਪਣੀ ਮੌਜ ਵਿੱਚ ਅਕਾਲੀ ਹੁਕਮ ਅਧੀਨ ਰਹਿੰਦਿਆਂ ਸਮੇਂ-ਸਮੇਂ 'ਤੇ ਭੂ-ਮੰਡਲ ਵਿੱਚ ਮਨੁੱਖਾ ਜਨਮ ਲੈ ਕਿਰਪਾ ਨਿਧਾਨ ਨਾਲ ਜੋੜਨ ਲਈ ਆਉਂਦੇ ਹਨ। ਉਹਨਾਂ ਦੀ ਸੁਰਤ ਵਿੱਚ ਕੋਈ ਅਜਿਹੀ ਚਿੰਤਾ ਜਾਂ ਵਿਰੋਧਾਭਾਸੀ ਕਿਣਕਾ ਪ੍ਰਵੇਸ਼ ਹੀ ਨਹੀਂ ਕਰਦਾ ਜੋ ਚਵਾਂਗ ਤਜੂ ਨੂੰ ਪਰੇਸ਼ਾਨ ਕਰੀ ਬੈਠਾ ਹੈ। ਇਸੇ ਹੀ ਸੁਰਤ ਬਿਰਤੀ ਨੂੰ ਪ੍ਰਾਪਤ ਅਤੇ ਗੁਰਮੁਖ ਗਾਡੀ ਰਾਹ ਦੇ ਸੱਚੇ ਪਾਂਧੀ ਅਨੇਕਾਂ ਸਾਧੂ ਸੰਤ ਮਹਾਤਮਾ ਸਿੱਖੀ ਦੇ ਵਿੱਚ ਹੋਏ ਹਨ। ਇਹ ਰੰਗ ਰਤੀਆਂ ਰੂਹਾਂ ਗੁਰੂ ਨਾਨਕ ਦੇਵ ਜੀ ਦੇ ਘਰੋਂ ਵਰਸਾਈਆਂ ਆਪਣਾ ਬਿਰਦ ਕਦੇ ਲੇਸ ਮਾਤਰ ਵੀ ਤਜਦੀਆਂ ਨਹੀਂ ਹਨ। ਇਹਨਾਂ ਦਾ ਬਿਰਦ ਸਿਰਫ ਲੋਕ ਮੰਡਲ ਦੇ ਜੀਵਾਂ ਅਤੇ ਸਦਾ ਵਿਗਾਸ ਭਰੀਆਂ ਨਜ਼ਰਾਂ ਨਾਲ ਰਹਿਮਤਾਂ ਕਰਨਾ ਹੀ ਨਹੀਂ ਹੁੰਦਾ, ਸਗੋਂ ਆਪਣਾ ਭੇਦ ਬਣਾਏ ਰੱਖਦਿਆਂ ਬਹੁਤ ਸਾਰੇ ਸਾਧਕਾਂ ਨੂੰ ਨਾਮ ਰਸ ਦੇ ਅਭਿਆਸੀ ਬਣਾਉਣਾ ਵੀ ਹੁੰਦਾ ਹੈ। ਨਿਰੰਕਾਰੀ ਅਭੇਦ ਦਾ ਪ੍ਰਾਪਤ ਹੋਣ ਕਾਰਨ ਇਹਨਾਂ ਦਾ ਅੰਦਰਲਾ ਭੇਦ ਕਦੇ ਜਗ ਜ਼ਾਹਰ ਨਹੀਂ ਹੁੰਦਾ, ਕਿਉਂਕਿ ਨਿਰੰਕਾਰ ਦਾ ਤਾਂ ਭਾਵ ਹੀ ਆਕਾਰ ਤੋਂ ਰਹਿਤ, ਜਿੱਥੇ ਪਦਾਰਥ ਜਾਂ ਉਸ ਵਿਚਲੇ ਪਦਾਰਥਾਂ ਦੀ ਸੰਭਾਵਨਾ ਸਿਰਜਣ ਵਾਲੇ ਆਕਾਰ ਦਾ ਪ੍ਰਵੇਸ਼ ਤੱਕ ਨਹੀਂ ਹੋ ਸਕਦਾ। ਇਹ ਸੰਪੂਰਨ ਸ਼ੂਨਯ ਹੈ। ਸੋ ਸਾਡੇ ਅਜਿਹਿਆਂ ਲਈ ਰੱਬ ਦੇ ਪਿਆਰਿਆਂ ਦੀਆਂ ਅਜਿਹੀਆਂ ਕਰਤਾਰੀ ਪ੍ਰੇਮ ਵਿਚਲੀਆਂ ਨਿਰੰਕਾਰੀ ਅਭੇਦਤਾ ਬਾਰੇ ਕਿਆਸ ਲਗਾਉਣਾ ਤਾਂ ਅਤ ਕਠਿਨ ਹੈ। ਅਜਿਹੀਆਂ ਗੁਰਮੁਖ ਰੂਹਾਂ ਇੱਕੋ ਸਮੇਂ ਦੋਹਾਂ ਲੋਕਾਂ ਲੋਕ ਪਰਲੋਕ ਵਿੱਚ ਹੁੰਦੀਆਂ ਭੂਤ ਭਵਿੱਖ ਭਗਵਾਨ ਦੀ ਪਾਰਦਰਸ਼ਤਾ ਆਪਣੀ ਦੇਹ 'ਤੇ ਝੱਲ ਹੁਕਮ ਦੀ ਚਾਲ ਨੂੰ ਭਾਣਾ ਮਨ ਨਤਮਸਤਕ ਕਰ ਰਹੇ ਹੁੰਦੇ ਹਨ। ਉਹਨਾਂ ਦੇ ਦੋਹਾਂ ਲੋਕਾਂ ਵਿੱਚ ਹੋਣ ਤੋਂ ਮਤਲਬ ਇਹ ਵੀ ਹੈ ਕਿ ਉਹ ਦੋਹਾਂ ਲੋਕਾਂ ਦੀ ਅਸਲ ਸੱਚਾਈ ਨੂੰ ਇੱਕੋ ਸਮੇਂ ਪ੍ਰਤੱਖ ਦੇਖ ਰਹੇ ਹੁੰਦੇ ਹਨ। ਉਹ ਆਪਣੇ ਸਾਹਮਣੇ ਫੈਲੀ ਜਿਗਿਆਸੂਆਂ ਅਤੇ ਅਭਿਲਾਖੀਆਂ ਦੀ ਵੰਨ-ਸੁਵੰਨੀ ਫੁਲਵਾੜੀ ਵਿੱਚ ਆਪ ਹੀ ਮਾਲੀ ਬਣ ਸਾਂਭ ਸੰਭਾਲ ਕਰ ਰਹੇ ਹੁੰਦੇ ਹਨ ਅਤੇ ਇਸ ਫੁਲਵਾੜੀ ਵਿੱਚੋਂ ਮਲਿਆਗਰ ਵਰਗੀ ਨਾਮ ਰਸੀ ਮਹਿਕਤਾ ਨੂੰ ਪੈਦਾ ਕਰਨ ਲਈ ਆਤਮਿਕ ਪੱਧਰ 'ਤੇ ਉਹਨਾਂ ਵਿੱਚ ਰਸ ਭਰ ਰਹੇ ਹੁੰਦੇ ਹਨ। ਮਾਲੀ ਦਾ ਕਾਰਜ ਤਾਂ ਉਂਝ ਬਾਹਰੀ ਪੱਧਰ ਤੋਂ ਧਿਆਨ ਦੇਣ ਵਾਲਾ ਹੁੰਦਾ ਹੈ, ਜਿਵੇਂ ਪਾਣੀ ਦੇਣਾ, ਚੰਗੀ ਜਿਣਸ ਲਗਾਉਣਾ ਅਤੇ ਸਮੇਂ-ਸਮੇਂ 'ਤੇ ਨਦੀਨਾਂ ਦਾ ਵਾਧੂ ਪੌਦਿਆਂ ਨੂੰ ਪੁੱਟਦਿਆਂ ਰਹਿਣਾ। ਪੌਦਿਆਂ ਦੇ ਅੰਦਰ ਜੋ ਮਿੱਟੀ 'ਚ ਜੁੜੀ ਜੜ੍ਹ ਦੇ ਖੁਰਾਕ ਬਣਨ ਤੋਂ ਫੁੱਲ ਤੱਕ ਬਦਲਣ ਅਤੇ ਉਹਨਾਂ ਵਿੱਚ ਮਹਿਕ ਅਤੇ ਰਸ ਪੈਦਾ ਕਰਨ ਦੀ ਸਮਰੱਥਾ ਤੋਂ ਉਹ ਅਣਜਾਣ ਹੈ। ਉਹ ਇਹ ਕਾਰਜ ਪੌਦੇ 'ਤੇ ਹੀ ਛੱਡਦਾ ਹੈ। ਪਰ ਰੱਬੀ ਪਿਆਰੇ ਇੰਜ ਨਹੀਂ ਕਰਦੇ। ਉਹ ਸਿਰਫ ਬਾਹਰੀ ਪੱਧਰ 'ਤੇ ਰਹਿਣੀ ਨੂੰ ਪ੍ਰਪੱਖ ਕਰਨ ਤੱਕ ਸੀਮਤ ਨਹੀਂ ਹੁੰਦੇ, ਸਗੋਂ ਉਹ ਆਪ ਉਹਨਾਂ ਦੇ ਧੁਰ ਅੰਦਰ ਜਾ ਕੇ ਨਾਮ ਰਸ ਦੀ ਚੇਟਕ ਲਗਾਉਂਦੇ ਹਨ। ਇੱਥੇ ਅੰਤਰੀਵੀ ਅਤੇ ਬਾਹਰਲੀ ਰਹਿਣੀ ਅਤੇ ਉਸ ਦਾ ਫਲ ਆਦਿਕ ਪਿੱਛੇ ਮੁੱਖ ਕਾਰਨ ਉਹ ਮਹਾਤਮਾ ਪੁਰਸ਼ ਹੀ ਹੁੰਦੇ ਹਨ। ਪਰ ਕਿਉਂਕਿ ਉਹ ਨਿਰੰਕਾਰੀ ਭੇਦਤਾ ਵਿੱਚ ਹੁੰਦੇ ਹਨ, ਇਸ ਲਈ ਉਹਨਾਂ ਦਾ ਇਹ ਸੱਚ ਜਨ ਸਧਾਰਨ ਦੀ ਸਮਝ ਤੋਂ ਪਰੇ ਹੀ ਰਹਿੰਦਾ ਹੈ। ਅਜੋਕੇ ਸਮੇਂ ਤੱਕ ਸਿੱਖ ਇਤਿਹਾਸ ਵਿੱਚ ਅਨੇਕਾਂ ਸੰਤ ਅਤੇ ਗੁਰਮੁਖ ਰੂਹਾਂ ਦੇ ਵਿਸਮਾਦੀ ਜੀਵਨ ਦਾ ਜ਼ਿਕਰ ਮਿਲਦਾ ਹੈ, ਪਰ ਇਹਨਾਂ ਦੇ ਵਰਗੀਕਰਨ ਕਰਨ ਸਮੇਂ ਮੁੱਢਲੇ ਤੱਥਾਂ ਦੀ ਸਮਝ ਰੱਖਣੀ ਜ਼ਰੂਰੀ ਹੋ ਜਾਂਦੀ ਹੈ। ਜਿਵੇਂ ਜਿਨ੍ਹਾਂ ਮਹਾਂਪੁਰਖਾਂ ਨੂੰ ਮੁੱਢੋਂ ਹੀ ਗੁਰੂ ਨਾਨਕ ਦੇਵ ਜੀ ਦੇ ਘਰ ਤੋਂ ਬਖਸ਼ਿਸ਼ ਪ੍ਰਾਪਤ ਹੋਈ ਅਤੇ ਜੋ ਹੇਮਕੁੰਟ ਦੇ ਦੁਸ਼ਟ ਦਮਨ ਜੀ ਦੇ ਨਾਲ ਬੈਠੇ ਪਰਮ ਪੁਰਖ ਦੇ ਹੁਕਮ ਨੂੰ ਸੱਤ-ਸੱਤ ਕਰਕੇ ਮੰਨਣ ਵਾਲੇ ਹਨ, ਉਹਨਾਂ ਦੀ ਬੰਦ ਖਲਾਸੀ ਆਦਿ ਤੋਂ ਹੀ ਹੈ। ਇਹਨਾਂ ਨੂੰ ਜਨਮ ਮਰਨ ਦੇ ਗੇੜੇ ਵਿੱਚ ਸਮਝਣਾ ਭਾਰੀ ਭੁੱਲ ਤੋਂ ਸਿਵਾ ਕੁਝ ਵੀ ਨਹੀਂ ਹੋ ਸਕਦਾ। ਅਜਿਹੇ ਵਡਭਾਗੀਆਂ ਨੂੰ ਗੁਰਬਾਣੀ ਵਿੱਚ ਬ੍ਰਹਮ ਵੇਤੇ ਅਤੇ ਬ੍ਰਹਮ ਗਿਆਨੀ ਕਿਹਾ ਗਿਆ ਹੈ, ਕਿਉਂਕਿ ਬ੍ਰਹਮ ਗਿਆਨ ਕਿਸੇ ਕਠੋਰ ਜਾਂ ਹੱਠ ਘਾਲਣਾ ਵਿੱਚੋਂ ਪ੍ਰਾਪਤ ਹੋਣ ਵਾਲਾ ਅਜਿਹਾ ਫਲ ਨਹੀਂ ਹੈ, ਜਿਹੋ ਜਿਹਾ ਅਸੀਂ ਸਨਾਤਨ ਧਰਮ ਦੀਆਂ ਮਿਥਿਹਾਸਕ ਘਟਨਾਵਾਂ ਵਿੱਚ ਅਕਸਰ ਕਿਸੇ ਯੋਧੇ, ਸਾਧਕ ਜਾਂ ਹਠੀਏ ਨੂੰ ਪ੍ਰਾਪਤ ਕਰਦਿਆਂ ਦੇਖਦੇ ਹਾਂ। ਮਨ ਵਿੱਚ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਨ ਦਾ ਫੁਰਨਾ ਵੀ ਕਿਸੇ ਪੱਧਰ 'ਤੇ ਅਭਿਲਾਖੀ ਨੂੰ ਸੰਕਲਪੀ ਭਗਤ ਕਰਾਰ ਕਰ ਸਕਦਾ ਹੈ। ਸੰਕਲਪੀ ਭਗਤ ਭਾਵ ਜੋ ਕਿਸੇ ਸੰਕਲਪ ਅਧੀਨ ਭਗਤੀ ਕਰੇ। ਅਜਿਹੇ ਭਗਤ ਦੇ ਬਹੁਤੇ ਅਭਿਆਸ, ਜਿਸ ਨੂੰ ਪਤੰਜਲੀ ਰਿਸ਼ੀ ਸਬੀਜ ਸਮਾਧੀ ਕਹਿੰਦੇ ਹਨ, ਉਸ ਤੋਂ ਪਾਰ ਨਹੀਂ ਜਾ ਪਾਉਂਦੇ ਹਨ। ਸੋ ਪੂਰਨ ਬ੍ਰਹਮ ਗਿਆਨਤਾ ਨੂੰ ਗੁਰੂ ਨਾਨਕ ਦੇਵ ਜੀ ਦੇ ਦਰ ਤੋਂ ਮਿਲੀ ਦਾਤ ਹੀ ਸਮਝਣੀ ਚਾਹੀਦੀ ਹੈ। ਇਹ ਤਾਂ ਇੱਕ ਤਰ੍ਹਾਂ ਦੀ ਬਖਸ਼ਿਸ਼ ਹੈ, ਜਿਸ ਨੂੰ ਪ੍ਰਾਪਤ ਕਰਨ ਤੋਂ ਕਠਿਨ ਇਸ ਨੂੰ ਸਾਂਭਣਾ ਹੈ, ਇਸ ਦੇ ਸੱਚ ਨੂੰ ਜਰਨਾ ਹੈ। ਭਰੇ ਘੜੇ ਦੀ ਨਿਆਈ ਸਮੁੱਚੇ ਜਗਤ ਦੇ ਅਗਿਆਨ ਤੋਂ ਲੈ ਕੇ ਗਿਆਨ ਤੱਕ ਦੀ ਉਜ ਤੋਂ ਮਿਲੇ ਰਸਾਂ ਦੇ ਸਵਾਦਾਂ ਤੋਂ ਭਰਿਆ ਅਤੇ ਚਿੱਤ ਬਿਰਤੀ ਕਰਕੇ ਉਹਨਾਂ ਤੋਂ ਉਪਰਾਮ ਹੁੰਦਿਆਂ ਵੀ ਉਸੇ ਅਵਸਥਾ ਵਿੱਚ ਅਕਾਲੀ ਵਿਧਾਨ ਨੂੰ ਮੰਨਣ ਵਾਲਾ ਹੀ ਸ਼ਾਇਦ ਅਕਾਲ ਪੁਰਖ ਦੀ ਨਜ਼ਰੀ ਪ੍ਰਮਾਣਕ ਅਭਿਲਾਖੀ ਬਣ ਸਕਦਾ ਹੈ। ਇਸੇ ਤਰ੍ਹਾਂ ਇੱਕ ਹੋਰ ਵਿਚਾਰ ਵੀ ਮੁੱਢਲੇ ਤੱਥ ਵਿੱਚ ਰੱਖਿਆ ਜਾ ਸਕਦਾ ਹੈ। ਉਹ ਇਹ ਹੈ ਕਿ ਰੱਬ ਦੇ ਪਿਆਰੇ ਅਸੰਖਾਂ ਤਰ੍ਹਾਂ ਦੇ ਹੋ ਸਕਦੇ ਹਨ। ਜਿਹੋ ਜਿਹਾ ਉਹ ਆਪ ਨਿੱਤ ਨਵੇਂ ਸਰੂਪ ਅਤੇ ਰੰਗ ਵਾਲਾ ਹੈ,
ਪਰ ਸਧਾਰਨ ਤੌਰ 'ਤੇ ਉਹਨਾਂ ਨੂੰ ਦੋ ਕੋਟੀਆਂ ਵਿੱਚ ਵੰਡਿਆ ਜਾਂਦਾ ਹੈ। ਪਹਿਲੇ ਜਗਿਆਸੂ ਅਭਿਲਾਖੀ ਹਨ ਅਤੇ ਹੌਲੀ ਹੌਲੀ ਸਾਧਕ ਬਣਨ ਵਾਲੇ ਰਸਤੇ 'ਤੇ ਹਨ, ਜਾਂ ਫਿਰ ਸਾਧਕ ਹਨ। ਸੋ ਅਜਿਹਿਆਂ ਪਿਆਰਿਆਂ ਨੂੰ ਉਸ ਤਰ੍ਹਾਂ ਦੇ ਰੱਬੀ ਪਿਆਰੇ ਕਿਹਾ ਜਾਂਦਾ ਹੈ ਜੋ ਅਕਾਲ ਪੁਰਖ ਨੂੰ ਪ੍ਰੇਮ ਕਰਦੇ ਹਨ। ਉਹਨਾਂ ਦਾ ਸਨੇਹ ਇਸ਼ਕ ਹਕੀਕੀ ਹੈ ਜੋ ਦੈਵੀ ਰੰਗ ਵਿੱਚ ਰੰਗਣ ਲਈ, ਦੁਨਿਆਵੀ ਰੰਗਾਂ ਨੂੰ ਤਿਆਗਣ ਲਈ ਆਪਣੀ ਮਨੌਤ ਦੇ ਹਿਸਾਬ ਨਾਲ ਗਿਆਨ ਦੇ ਦੁਆਰਿਆਂ ਨਾਲ ਜੁੜੇ ਹੋਏ ਹਨ। ਇਹਨਾਂ ਦੁਆਰਾ ਕੀਤਾ ਇਸ਼ਕ ਹਕੀਕੀ ਉਹਨਾਂ ਨੂੰ ਰੱਬ ਨਾਲ ਮਿਲਾਉਣ ਦੀ ਵਿਧ ਆਪ ਸਿਰਜ ਲੈਂਦਾ ਹੈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਫੁਰਮਾਨ ਹੈ, ਸਾਚ ਕਹੋ ਸੁਨ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਆਪਣੇ ਵੱਲੋਂ ਸੂਖਮ ਪੱਧਰੀ ਹਉਮੈ ਰੱਖ, ਤਪ, ਹਠ ਅਤੇ ਅਨੇਕਾਂ ਤਰ੍ਹਾਂ ਦੇ ਭੌਤਿਕੀ ਅਤੇ ਪਰਾਭੌਤਿਕ ਗਿਆਨ ਪ੍ਰਾਪਤ ਦੇ ਅਭਿਆਸਾਂ ਤੋਂ ਬਾਅਦ ਜਿਨ੍ਹਾਂ 'ਤੇ ਧਰਮਖੰਡ ਦੀ ਕਿਰਪਾ ਵਾਪਰੀ ਹੈ ਅਤੇ ਜੋ ਹੁਣ ਗਿਆਨ ਦੀ ਥਾਂ ਧਰਮ ਨਿਆਈ ਪ੍ਰੇਮ ਰੂਪੀ ਕਿਸ਼ਤੀ 'ਤੇ ਅਸਵਾਰ ਹੋ ਗਏ ਹਨ, ਇਹ ਉਹਨਾਂ ਦੀ ਗੱਲ ਹੈ। ਇਹਨਾਂ ਦਾ ਸਫ਼ਰ ਸਾਧਕਾਂ ਵਾਲਾ ਹੈ ਜਿਨ੍ਹਾਂ ਦੇ ਸਿਰਣ ਨੇ ਉਹਨਾਂ ਨੂੰ ਧਰਮਖੰਡ ਦੇ ਕਾਬਲ ਬਣਾ ਦਿੱਤਾ ਹੈ। ਪਰ ਜਿਨ੍ਹਾਂ ਦੀ ਗੱਲ ਇਸ ਪੁਸਤਕ ਵਿੱਚ ਕੀਤੀ ਜਾਣੀ ਹੈ ਉਹ ਅਜਿਹੇ ਮਹਾਂਪੁਰਖਾਂ ਦੀ ਕੋਟੀ ਵਿੱਚ ਆਉਂਦੇ ਹਨ ਜੋ ਸਿੱਧੇ ਹੀ ਸੱਚਖੰਡ ਦੇ ਵਸਨੀਕ ਹਨ। ਗੁਰਬਾਣੀ ਅਨੁਸਾਰ ਉਹ ਤਾਂ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਹਨ। ਗੁਰਬਾਣੀ ਦਾ ਫਰਮਾਨ ਹੈ, ਜਨਮ ਮਰਨ ਦੁਹੂ ਮਹਿ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸੋ ਲੈਣ ਮਿਲਾਏ। ਉਹ ਤਾਂ ਬਸ ਜਿਵੇਂ ਉੱਪਰ ਵਿਚਾਰਿਆ ਗਿਆ ਹੈ, ਜਗਤ ਦੇ ਕਲਿਆਣ ਅਤੇ ਸਾਡੇ ਵਰਗਿਆਂ 'ਤੇ ਪਰਉਪਕਾਰ ਕਰਨ ਲਈ ਆਉਂਦੇ ਹਨ। ਸਾਧਕਾਂ ਵਾਂਗ ਉਹਨਾਂ ਦੀ ਬੰਦਗੀ ਸਵੈ ਪ੍ਰਚੋਲਨਾ ਵਿੱਚੋਂ ਜਨਮ ਨਹੀਂ ਲੈਂਦੀ। ਇਹੀ ਦੂਜੀ ਕੋਟੀ ਵਿੱਚ ਰੱਖੇ ਜਾਣ ਵਾਲੇ ਅਸਲ ਅਰਥੀ ਰੱਬੀ ਪਿਆਰੇ ਹਨ ਜਿਨ੍ਹਾਂ ਨੂੰ ਅਕਾਲ ਪੁਰਖ ਆਪ ਪਿਆਰ ਕਰਦੇ ਹਨ। ਇਸੇ ਤਰ੍ਹਾਂ ਦੇ ਪਿਆਰੇ ਸਾਧਕ ਨਹੀਂ ਸਗੋਂ ਪੂਰਨ ਸੰਤ ਹੁੰਦੇ ਹਨ। ਉਹ ਰੱਬ ਦੇ ਪਿਆਰੇ ਹੋਣ ਕਾਰਨ ਸੱਚਖੰਡ ਦੇ ਵਾਸੀ ਹੁੰਦੇ ਹਨ ਅਤੇ ਆਪਣੀ ਅਤੇ ਰੱਬੀ ਮੌਜ ਵਿੱਚ ਕਿਸੇ ਫੁਰਨੇ ਜਾਂ ਕਾਰਜ ਅਧੀਨ ਮੁੜ ਮੁੜ ਇਸ ਸੱਚੀ ਕੋਠੜੀ ਵਿੱਚ ਮਨੁੱਖਾ ਦੇਹੀ ਰੂਪ ਵਿੱਚ ਜਨਮ ਲੈਂਦੇ ਹਨ। ਉਹਨਾਂ ਦਾ ਦੈਵੀ ਪ੍ਰੇਮ ਦੂਹਰਾ ਅਤੇ ਪ੍ਰਮਾਣਿਕ ਹੁੰਦਾ ਹੈ। ਉਹ ਸਵੈ ਅਤੇ ਪਰਮਾਤਮਾ ਆਪ ਉਹਨਾਂ ਨੂੰ ਪਿਆਰ ਕਰਦੇ ਹਨ। ਅਜਿਹੇ ਮਹਾਂਪੁਰਖਾਂ ਲਈ ਉਹ ਪਰਮ ਜੋਤ ਆਪ ਵੀ ਧਰਤੀ 'ਤੇ ਨਿਰੰਕਾਰ ਹੋਣ ਦੇ ਬਾਵਜੂਦ ਕਿਸੇ ਆਕਾਰ ਅਤੇ ਸਰੂਪ ਸਹਿਤ ਆ ਸਕਦੀ ਹੈ। ਵਾਹਿਗੁਰੂ ਆਪਣੇ ਅਜਿਹੇ ਪਿਆਰੇ ਮਹਾਂਪੁਰਖਾਂ ਲਈ ਆਪਣੇ ਬ੍ਰਹਮੰਡੀ ਵਿਧਾਨ ਨੂੰ ਪਲਟ ਵੀ ਸਕਦੇ ਹਨ। ਜਿਵੇਂ ਭਗਤ ਨਾਮਦੇਵ ਜੀ 'ਤੇ ਜਦੋਂ ਸੰਕਟ ਦੀਆਂ ਘੜੀਆਂ ਆਉਂਦੀਆਂ ਹਨ ਤਾਂ ਉਹ ਆਪ ਉਹਨਾਂ ਲਈ ਧਰਤੀ 'ਤੇ ਸਰੂਪ ਸਹਿਤ ਆਉਂਦੇ ਅਤੇ ਸਮੁੱਚੀ ਧਰਤੀ ਨੂੰ ਪਲਟਾ ਅਤੇ ਦੈਵੀ ਨਿਯਮਾਂ ਨੂੰ ਬਦਲਣ ਤੱਕ ਦੀ ਹੱਦ ਤੱਕ ਚਲੇ ਜਾਂਦੇ ਹਨ। ਇਸ ਦਾ ਭਾਵ ਇਹ ਵੀ ਹੈ ਕਿ ਉਹ ਆਪਣੇ ਸਿਰਜੇ ਸਮੁੱਚੇ ਬ੍ਰਹਮੰਡ ਅਤੇ ਬ੍ਰਹਮੰਡੀ ਵਿਧਾਨ ਤੋਂ ਵੱਧ ਪ੍ਰਮੁੱਖਤਾ ਆਪਣੇ ਅਜਿਹੇ ਪਿਆਰਿਆਂ ਨੂੰ ਦਿੰਦੇ ਹਨ। ਸੋ ਅਜਿਹੇ ਮਹਾਂਪੁਰਸ਼ ਪਰਮਾਤਮਾ ਵੱਲੋਂ ਆਪ ਚੁਣੇ ਗਏ ਹੁੰਦੇ ਹਨ। ਇਹਨਾਂ ਦੀ ਘਾਲ ਕਮਾਈ ਬਾਰੇ ਤਾਂ ਪਰਮੇਸ਼ਰ ਆਪ ਹੀ ਜਾਣਦੇ ਹਨ। ਅਸੀਂ ਤਾਂ ਉਹਨਾਂ ਦੇ ਮਨੁੱਖਾ ਦੇਹੀ ਵਿੱਚ ਲਏ ਕਿਸੇ ਜਨਮ ਵਿੱਚ ਕੀਤੇ ਹੋਏ ਦਰਸ਼ਨਾਂ ਕਾਰਨ ਆਪਣੀ ਸੀਮਿਤ ਸੋਚ ਅਧੀਨ ਉਹਨਾਂ ਦਾ ਸਥਾਨ ਆਪਣੀ ਬੁੱਧੀ ਵਿੱਚ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਉਹ ਤਾਂ ਆਦਿ ਜੁਗਾਦੀ ਹੁੰਦੇ ਹਨ। ਇਸੇ ਲਈ ਉਹਨਾਂ ਦੀ ਅਸਲ ਪਹਿਚਾਣ ਉਹਨਾਂ ਦੀ ਸਵੈ ਇੱਛਾ ਤੋਂ ਬਿਨਾਂ ਜ਼ਾਹਰ ਨਹੀਂ ਹੋ ਸਕਦੀ। ਇਸ ਪੁਸਤਕ ਦਾ ਕੇਂਦਰੀ ਸੂਤਰ ਵੀ ਇਸੇ ਵਿਚਾਰ 'ਤੇ ਆਸਰਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਲਾਏ ਇਸ ਨਿਰਾਲੇ ਨਿਰਮਲ ਪੰਥ ਭਾਵ ਸਿੱਖੀ ਵਿੱਚ ਆਦਿ ਤੋਂ ਅਜਿਹੇ ਸੰਤਾਂ ਦੇ ਹੋਣ ਅਤੇ ਉਹਨਾਂ ਨਾਲ ਪਰਮੇਸ਼ਰ ਅਤੇ ਗੁਰ ਪਰਮੇਸ਼ਰ ਦੇ ਪਿਆਰ ਦਾ ਜ਼ਿਕਰ ਮਿਲਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਅਜਿਹੇ ਨਾਮ ਰਸੀ ਗੁਰਮੁਖੀ ਰੂਹਾਂ ਦਾ ਗੁਰੂ ਘਰ ਵੱਲੋਂ ਅਥਾਹ ਸਤਿਕਾਰ ਕੀਤਾ ਮਿਲਦਾ ਹੈ। ਕਦੇ ਕਦੇ ਇਹ 10 ਪਾਤਸ਼ਾਹੀਆਂ ਦੇ ਪਰਮ ਸਿੱਖ ਬਣ ਕੇ ਸਿੱਖ ਇਤਿਹਾਸ ਵਿੱਚ ਸਾਹਮਣੇ ਆਉਂਦੇ ਹਨ ਅਤੇ ਕਦੇ ਕਦੇ ਇਕੱਲਤਾ ਵਿੱਚ ਭਗਤੀ ਕਰਦਿਆਂ ਉਹਨਾਂ ਦੇ ਚਰਨਾਂ ਦੀ ਧੂੜ ਲੋਚਦੇ ਨਜ਼ਰੀ ਪੈਂਦੇ ਹਨ। ਉਦਾਹਰਣ ਵਜੋਂ ਜਿਵੇਂ ਬਾਬਾ ਬੁੱਢਾ ਜੀ ਅਤੇ ਬੁੱਢਣ ਸ਼ਾਹ ਜੀ, ਇਹ ਦੋਨੋਂ ਹੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੀਆਂ ਮਹਾਨ ਗੁਰਮੁਖ ਰੂਹਾਂ ਹੋਈਆਂ ਹਨ ਜਿਨ੍ਹਾਂ ਦੇ ਅੰਦਰ ਨਾਮ ਰਸ ਦੀ ਚੇਟਕ ਉਹਨਾਂ ਨੂੰ ਪ੍ਰਚਲਿਤ ਲੁਕਾਈ ਤੋਂ ਵੱਖਰਿਆਂ ਕਰਦੀ ਹੈ। ਬਾਬਾ ਬੁੱਢਾ ਜੀ ਜਿੱਥੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਗੁਰੂ ਘਰ ਦੇ ਅਨੰਨ ਸੇਵਕ ਬਣ ਕੇ ਰਹੇ ਅਤੇ ਦੂਜੇ ਪਾਸੇ ਬਾਬਾ ਬੁੱਢਣ ਸ਼ਾਹ ਜੀ ਗੁਰੂ ਨਾਨਕ ਦੇਵ ਜੀ ਦੇ ਵਚਨਾਂ 'ਤੇ ਪਹਿਰਾ ਦਿੰਦੇ ਹੋਏ ਉਹਨਾਂ ਦੇ 6ਵੇਂ ਜਾਮੇ ਵਿੱਚ ਹੋਣ ਵਾਲੇ ਦਰਸ਼ਨਾਂ ਦੀ ਤਾਂਘ ਕਰਦੇ ਰਹੇ। ਅਜਿਹੇ ਅਨੇਕਾਂ ਹੀ ਸੰਤ ਮਹਾਤਮਾ ਦਾ ਜ਼ਿਕਰ ਸਿੱਖੀ ਦੇ ਨਿਰਾਲੇ ਇਤਿਹਾਸ ਵਿੱਚ ਮਿਲਦਾ ਹੈ, ਪਰ ਸਾਰਿਆਂ ਦੇ ਜੀਵਨ ਵਿਚਲਾ ਕੇਂਦਰੀ ਸੂਤਰ ਇਹੀ ਬਣ ਕੇ ਸਾਹਮਣੇ ਆਉਂਦਾ ਹੈ ਕਿ ਗੁਰੂ ਸਾਹਿਬ ਅਤੇ ਪਰਮਾਤਮਾ ਤੋਂ ਬਿਨਾਂ ਉਹਨਾਂ ਦੇ ਅੰਦਰਲੇ ਭੇਦ ਬਾਰੇ ਕਿਸੇ ਨੂੰ ਵੀ ਪੂਰਨ ਰੂਪ ਵਿੱਚ ਪਤਾ ਨਹੀਂ ਸੀ ਹੁੰਦਾ।
ਸੋ ਇਸੇ ਹੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਅਜੋਕੇ ਸਮੇਂ ਤੱਕ ਅਜਿਹੇ ਅਨੇਕਾਂ ਪਿਆਰੇ ਗੁਰੂ ਘਰ ਨਾਲ ਆਪਣੀ ਪ੍ਰੀਤ ਗੰਢਣ ਆਏ ਹਨ। ਇਹਨਾਂ ਬਾਰੇ ਅਸੀਂ ਕਿਸੇ ਕਾਹਲ ਵਿੱਚੋਂ ਜਾਂ ਆਪਣੀ ਸੀਮਿਤ ਬੁੱਧੀ ਦ੍ਰਿਸ਼ਟਤਾ ਵਿੱਚੋਂ ਕੋਈ ਫੈਸਲਾ ਨਹੀਂ ਲੈ ਸਕਦੇ, ਸਗੋਂ ਉਹਨਾਂ ਦੇ ਅੰਦਰਲੇ ਭੇਦ-ਭਾਵ ਜਾਣਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਣਾ ਹੀ ਵਿਵੇਕ ਬੁੱਧ ਦਾ ਸਹੀ ਪ੍ਰਯੋਗ ਕਰਨਾ ਹੋਵੇਗਾ। ਬੁੱਧੀ ਦੀ ਜਗ੍ਹਾ ਵਿਵੇਕ ਬੁੱਧ ਪਦ ਦਾ ਪ੍ਰਯੋਗ ਇਸ ਲਈ ਕੀਤਾ ਕਿਉਂਕਿ ਬੁੱਧੀ ਧਰਤੀ 'ਤੇ ਕਮਾਏ ਜਾਣ ਵਾਲੇ ਪ੍ਰਚਲਿਤ ਸੱਤ ਅਤੇ ਇਹਨਾਂ ਦੀ ਸਥਾਪਤੀ ਤੋਂ ਪਹਿਲਾਂ ਦੇ ਹਾਲਾਤਾਂ ਦੇ ਨਿਰਦ੍ਰਿਸ਼ਟ ਵਿਚਾਰ ਰੂਪਾਂ ਨੂੰ ਹੀ ਗਿਆਨ ਮੰਨ ਸੱਚ ਘੜਨ ਦਾ ਪ੍ਰਯਤਨ ਕਰਨ ਲੱਗ ਜਾਂਦੀ ਹੈ। ਇਸ ਦਾ ਪ੍ਰਮਾਣ ਇਹੋ ਹੁੰਦਾ ਹੈ ਕਿ ਵਿਅਕਤੀ ਉਪਰੋਕਤ ਗਿਆਨ ਨੂੰ ਹੀ ਆਧਾਰ ਬਣਾ ਕੇ ਰੱਬੀ ਰੂਹਾਂ, ਰਹੱਸਾਤਮਕ ਵਿਚਾਰਾਂ ਅਤੇ ਉਹਨਾਂ ਦੇ ਭੌਤਿਕੀ ਸਰੂਪਾਂ ਦੇ ਅੰਤਮ ਸਿੱਟੇ ਦੇਣ ਲੱਗਦਾ ਹੈ। ਇਸ ਦੀਆਂ ਅਨੇਕਾਂ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ, ਜਿਵੇਂ ਅਜੋਕੇ ਸਮੇਂ ਵਿੱਚ ਇਕਹਿਰੀ ਤਰਕ 'ਤੇ ਆਸਰਤ ਗਿਆਨਵਾਨ ਪੁਰਸ਼ ਇੱਕ ਸਿੱਖ ਇਤਿਹਾਸ ਦੀਆਂ ਸਾਖੀਆਂ, ਸੰਸਕਾਰਾਂ ਅਤੇ ਰਹਿਤ ਮਰਿਆਦਾ ਉੱਤੇ ਆਪਣੀ ਸੀਮਿਤ ਧਾਰਨਾ ਨੂੰ ਅੰਤਮ ਸਿੱਟੇ ਦਾ ਰੂਪ ਦੇ ਕੇ ਪ੍ਰੋੜਤਾ ਜਾਂ ਯਕਦਮ ਖਾਰਜ ਕਰਨ ਦੀ ਸਥਿਤੀ ਧਾਰਨ ਕਰ ਲੈਂਦੇ ਹਨ। ਇਸੇ ਕਾਰਨ ਅਜੋਕੇ ਸਮੇਂ ਬੇਲੋੜੇ ਹੀ ਵਾਦ-ਵਿਵਾਦ ਵਿਚਾਰਧਾਰਕ ਮਸਲਿਆਂ ਦਾ ਰੂਪ ਲੈ ਸਿੱਖੀ ਦੇ ਬਾਗ ਨੂੰ ਗੰਧਲਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਕਿ ਅਸਲ ਵਿੱਚ ਆਧਾਰਹੀਣ ਸੱਤਾ ਤੋਂ ਵਧੇਰੇ ਸਥਾਪਿਤ ਹੁੰਦੇ ਹਨ। ਸੌਖੇ ਸ਼ਬਦਾਂ ਵਿੱਚ ਵਿਵੇਕ ਸ਼ਬਦ ਦਾ ਅਰਥ ਉਂਝ ਸਹੀ ਅਤੇ ਗਲਤ ਵਿੱਚ ਅੰਤਰ ਕਰਨਾ ਹੁੰਦਾ ਹੈ। ਇਸ ਨੂੰ ਅਗਰ ਵਿਸਥਾਰ ਨਾਲ ਖੋਲ੍ਹੀਏ ਤਾਂ ਸਹੀ ਕਿੰਝ ਸਹੀ ਅਤੇ ਗਲਤ ਕਿਵੇਂ ਗਲਤ ਹੁੰਦਾ ਹੈ, ਇਸ ਦਾ ਗਿਆਨ ਵਿਵੇਕ ਬੁੱਧ ਨਾਲ ਮਿਲਦਾ ਹੈ। ਅਰਦਾਸ ਵਿੱਚ ਅਸੀਂ ਬੁੱਧੀ ਦੀ ਜਗ੍ਹਾ ਵਿਵੇਕ ਬੁੱਧ ਦਾ ਦਾਨ ਇਸੇ ਕਾਰਨ ਮੰਗਦੇ ਹਾਂ, ਤਾਂ ਕਿ ਅਸੀਂ ਵਿਕਾਰ ਗ੍ਰਸਤ ਮਾਨਸਿਕਤਾ ਵਿੱਚੋਂ ਉਪਜੀ ਪਦਾਰਥਾਂ ਦੀ ਖਿੱਚ ਦੀ ਬਜਾਏ ਗੁਰੂ ਗਿਆਨ ਵਿੱਚੋਂ ਉਪਜਿਆ ਨਾਮ ਰਸੀ ਸੰਤੋਖ ਮੰਗ ਸਕੀਏ, ਜੋ ਸਾਨੂੰ ਆਪ ਹੁਦਰੇ ਗਿਆਨ ਅਭਿਆਸਾਂ ਤੋਂ ਬਚਾਉਂਦਾ ਹੈ। ਇਹ ਵਿਵੇਕ ਬੁੱਧ ਦਾ ਦਾਨ ਗੁਰੂ ਸਾਹਿਬਾਨ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ, ਜੋ ਸਾਨੂੰ ਦਾਨ ਕਿੰਝ ਕਰੀਦਾ ਅਤੇ ਸਭ ਤੋਂ ਉੱਤਮ ਦਾਨ ਕੀ ਹੈ, ਇਸ ਦੀ ਸੋਝੀ ਦਿੰਦਾ ਹੈ। ਗੁਰਬਾਣੀ ਦਾ ਫਰਮਾਨ ਹੈ ਕਿ ਅਕਲੀ ਪੜ੍ਹ ਕੇ ਬੁੱਝੀਐ, ਅਕਲੀ ਕੀਚੈ ਦਾਨ। ਇੱਥੇ ਜਿਸ ਅਕਲ ਵੱਲ ਸੰਕੇਤ ਕੀਤਾ ਜਾ ਰਿਹਾ ਹੈ ਉਹ ਸਾਨੂੰ ਵਿਵੇਕ ਬੁੱਧ ਤੋਂ ਹੀ ਪ੍ਰਾਪਤ ਹੁੰਦੀ ਹੈ। ਸੰਸਾਰ ਵਿੱਚ ਰਹਿੰਦਿਆਂ ਅਗਰ ਕਿਸੇ ਤਰ੍ਹਾਂ ਦਾ ਦਾਨ ਕਰਨ ਦਾ ਸੁਭਾਗ ਮਿਲ ਜਾਵੇ ਤਾਂ ਉਹ ਵੀ ਗੁਰੂ ਸਾਹਿਬਾਨ ਜੀ ਅਨੁਸਾਰ ਅਕਲ ਭਾਵ ਵਿਵੇਕ ਬੁੱਧ ਰੱਖਦਿਆਂ ਦੇਣਾ ਚਾਹੀਦਾ ਹੈ। ਇਹ ਵਿਵੇਕ ਬੁੱਧ ਹੀ ਸਾਨੂੰ ਸੋਝੀ ਦਿੰਦੀ ਹੈ ਕਿ ਦਾਨਾ ਸਿਰ ਦਾਨ ਤਾਂ ਨਾਮ ਦਾਨ ਹੀ ਹੈ। ਇਸ ਲਈ ਗੁਰ ਪਰਮੇਸ਼ਰ ਤੋਂ ਇਹੀ ਦਾਨ ਮੰਗਿਆ ਜਾਵੇ। ਸਿੱਖ ਰੋਜ਼ਾਨਾ ਹੀ ਨਿਤਾ ਪ੍ਰਤੀ ਅਰਦਾਸ ਵਿੱਚੋਂ ਨਾਮਦਾਨ ਨੂੰ ਗੁਰੂ ਸਾਹਿਬ ਜੀ ਪਾਸੋਂ ਮੰਗਦਾ ਹੈ ਅਤੇ ਉਹਨਾਂ ਗੁਰਮੁਖ ਪਿਆਰਿਆਂ ਦੇ ਸੰਗ ਦੀ ਰਜੋਈ ਵੀ ਕਰਦਾ ਹੈ, ਜਿਨ੍ਹਾਂ ਨੂੰ ਮਿਲ ਕੇ ਇਸ ਨਾਮ ਸਿਮਰਤੀ ਵਿੱਚ ਚਿੱਤ ਬਣਿਆ ਰਹੇ। ਇਸ ਤਰ੍ਹਾਂ ਨਾਮਦਾਨ ਉਂਝ ਦਾਤ ਤਾਂ ਗੁਰੂ ਸਾਹਿਬਾਨ ਦੀ ਹੈ, ਪਰ ਗੁਰਮੁਖ ਰੂਹਾਂ ਦੇ ਮਿਲਾਪ ਵਿੱਚੋਂ ਵੀ ਇਸ ਨੂੰ ਪ੍ਰਾਪਤ ਕਰਨ ਦੀ ਚੇਸ਼ਟਾ ਉੱਠਦੀ ਹੈ। ਇਸ ਦਾ ਭਾਵ ਇਹ ਹੈ ਕਿ ਉਹਨਾਂ ਕੋਲ ਨਾਮਦਾਨ ਦੀ ਦਾਤ ਪਹਿਲਾਂ ਤੋਂ ਹੀ ਪ੍ਰਾਪਤ ਹੋ ਚੁੱਕੀ ਹੈ। ਇਸ ਲਈ ਤਾਂ ਉਹਨਾਂ ਦੇ ਮਿਲਾਪ ਮਾਤਰ ਨਾਲ ਪਰਮਾਤਮਾ ਵੱਲ ਨੂੰ ਸੁਰਤ ਜੁੜ ਜਾਂਦੀ ਅਤੇ ਉਸ ਦਾ ਨਾਮ ਸਿਮਰਨ ਚਿੱਤ ਬਿਰਤੀ ਵਿੱਚ ਸ਼ੁਰੂ ਹੋ ਜਾਂਦਾ ਹੈ। ਹੁਣ ਇੱਥੇ ਇੱਕ ਸਧਾਰਨ ਜਿਹਾ ਸਵਾਲ ਉੱਠਦਾ ਹੈ ਕਿ ਜੇਕਰ ਨਾਮਦਾਨ ਸਭ ਤੋਂ ਅਮੋਲਕ ਦਾਤ ਹੈ ਗੁਰ ਪਰਮੇਸ਼ਰ ਦੀ, ਤਾਂ ਉਸ ਨੂੰ ਪ੍ਰਾਪਤ ਕਰਨ ਵਾਲੇ ਗੁਰਮੁਖ ਪਿਆਰੇ ਕਿਹੋ ਜਿਹੇ ਹੋਣਗੇ ਅਤੇ ਇਸ ਦੇ ਨਾਲ ਹੀ ਉਹਨਾਂ ਦੇ ਮਿਲਾਪ ਜਾਂ ਸੰਗ ਦੀ ਜੋ ਅਸੀਂ ਅਰਦਾਸ ਕਰਦੇ ਹਾਂ, ਕੀ ਉਹਨਾਂ ਵਿੱਚ ਨਿਰੰਤਰ ਅੱਠੇ ਪਹਿਰ ਹੀ ਨਾਮ ਸਿਮਰਨ ਚੱਲਦਾ ਰਹਿੰਦਾ ਹੈ ਜਾਂ ਇਸ ਦਾ ਕੋਈ ਵਿਸ਼ੇਸ਼ ਸਮਾਂ ਹੁੰਦਾ ਹੈ? ਸਿੱਖ ਇਤਿਹਾਸ ਅਤੇ ਹੋਰਨਾਂ ਮਤਾਂ ਵਿੱਚ ਤਾਂ ਦੂਜੇ ਸਵਾਲ ਦਾ ਜਵਾਬ ਇੰਝ ਮਿਲਦਾ ਹੈ ਕਿ ਨਾਮ ਰਸੀ ਰੂਹਾਂ ਪਾਸ ਹਰ ਸਮੇਂ ਨਿਰੰਤਰ ਨਾਮ ਸਿਮਰਨ ਦੀ ਲਹਿਰ ਵਗਦੀ ਰਹਿੰਦੀ ਹੈ। ਉਹਨਾਂ ਦੇ ਕਿਸੇ ਵੀ ਸਮੇਂ ਦੂਰੋਂ ਨੇੜੋਂ ਕੀਤੇ ਦਰਸ਼ਨ ਨਾਮ ਰਸ ਦੀ ਚੇਟਕ ਲਗਾਉਣ ਦੀ ਸਮਰੱਥਾ ਰੱਖਦੇ ਹਨ। ਸੋ ਜੇਕਰ ਦੂਜੇ ਸਵਾਲ ਦਾ ਜਵਾਬ ਇਹ ਹੈ ਕਿ ਇਹਨਾਂ ਪਿਆਰਿਆਂ ਨੂੰ ਪਰਮੇਸ਼ਰ ਦਾ ਨਾਮ ਕਦੇ ਭੁੱਲਦਾ ਹੀ ਨਹੀਂ, ਤਾਂ ਪਹਿਲੇ ਸਵਾਲ ਦਾ ਜਵਾਬ ਤਾਂ ਸਾਨੂੰ ਗੁਰਬਾਣੀ ਦੇ ਇਸ ਪਵਿੱਤਰ ਫਰਮਾਨ ਵਿੱਚੋਂ ਮਿਲ ਜਾਂਦਾ ਹੈ, ਜਿਨ੍ਹਾਂ ਨਾ ਵਿਸਰਿਆ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜੇ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਜਿਨ੍ਹਾਂ ਨੂੰ ਸੱਚੇ ਸਾਹਿਬ ਅਕਾਲ ਪੁਰਖ ਦਾ ਨਾਮ ਸਿਮਰਨ ਵਿਸਰਦਾ ਹੀ ਨਹੀਂ, ਉਹ ਆਪ ਵੀ ਉਹ ਸੱਚੇ ਸਾਹਿਬ ਵਰਗੇ ਹੁੰਦੇ ਹਨ। ਸੋ ਇਸ ਦਾ ਮਤਲਬ ਰੱਬ ਦੇ ਪਿਆਰੇ ਆਪ ਰੱਬ ਜਿਹੇ ਹੀ ਹੁੰਦੇ ਹਨ। ਇਸ ਤਰ੍ਹਾਂ ਜੇਕਰ ਅਸੀਂ ਆਪਣੀ ਵਿਵੇਕ ਬੁੱਧੀ ਦੇ ਇਸਤੇਮਾਲ ਰਾਹੀਂ ਇਹਨਾਂ ਸੰਤਾਂ, ਮਹਾਤਮਾ ਅਤੇ ਬੰਦਗੀ ਕਰਨ ਵਾਲੀਆਂ ਰੂਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇਹੀ ਗੱਲ ਪ੍ਰਗਟ ਹੁੰਦੀ ਹੈ ਕਿ ਉਹ ਤਾਂ ਆਪ ਵੀ ਅਕਾਲ ਪੁਰਖ ਪਰਮਾਤਮਾ ਵਰਗੇ ਹੀ ਹਨ, ਬਸ਼ਰਤੇ ਉਹਨਾਂ ਕੋਲ ਨਾਮ ਸਿਮਰਨ ਦੀ ਦਾਤ ਹੋਵੇ।
ਜੋ ਕਿ ਰੱਬ ਦੇ ਚੁਣੇ ਹੋਏ ਪਿਆਰਿਆਂ ਕੋਲ ਪਹਿਲਾਂ ਤੋਂ ਬਖਸ਼ਿਸ਼ ਦੇ ਰੂਪ ਵਿੱਚ ਮੌਜੂਦ ਹੁੰਦੀ ਹੈ। ਜਿਵੇਂ ਬੇਬੇ ਨਾਨਕੀ ਜੀ ਕੋਲ ਗੁਰੂ ਨਾਨਕ ਦੇਵ ਜੀ ਦੇ ਮਨੁੱਖੀ ਜਾਮੇ ਵਿੱਚ ਆਉਣ ਤੋਂ ਪਹਿਲਾਂ ਮੌਜੂਦ ਹੈ, ਜਿਵੇਂ ਸਮੂਹ ਭਗਤ ਸਾਹਿਬਾਨਾਂ ਕੋਲ ਗੁਰੂ ਸਾਹਿਬਾਨਾਂ ਦੇ ਮਨੁੱਖੀ ਜਾਮੇ ਵਿੱਚ ਆਉਣ ਤੋਂ ਪਹਿਲਾਂ ਪ੍ਰਾਪਤ ਹੈ। ਹੋਰ ਸਪਸ਼ਟਤਾ ਲਈ ਜਿਵੇਂ ਸਾਈਂ ਮੀਆਂ ਮੀਰ ਅਤੇ ਪੀਰ ਬੁੱਧੂ ਸ਼ਾਹ ਕੋਲ ਗੁਰੂ ਸਾਹਿਬਾਨਾਂ ਦੇ ਦਰਸ਼ਨ ਕਰਨ ਤੋਂ ਪਹਿਲਾਂ ਨਾਮ ਰਸ ਦੀ ਚੇਟਕ ਚਿੱਤ ਬਿਰਤੀ ਕਰਕੇ ਮੌਜੂਦ ਹੈ, ਕਿਉਂਕਿ ਗੁਰੂ ਸਾਹਿਬ ਜੀ ਤਾਂ ਗੁਰਬਾਣੀ ਅਨੁਸਾਰ ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਓ। ਇਸ ਲਈ ਉਹ ਆਪ ਆਪਣੇ ਇਹਨਾਂ ਪਿਆਰਿਆਂ ਨੂੰ ਆਪਣੇ ਕਿਸੇ ਵੀ ਮਨੁੱਖੀ ਜਾਮਾ ਧਾਰਨ ਕਰਨ ਤੋਂ ਪਹਿਲੋਂ ਅਤੇ ਬਾਅਦ ਵਿੱਚ ਧਰਤੀ ਦੇ ਪਰਉਪਕਾਰ ਲਈ ਭੇਜ ਸਕਦੇ ਹਨ। ਇਤਿਹਾਸ ਵਿੱਚ ਅਜਿਹੇ ਪਿਆਰੇ ਹੀ ਸਾਨੂੰ ਫਿਰ ਗੁਰਚਰਨਾਂ ਦੇ ਭੌਰਿਆਂ ਦੇ ਰੂਪ ਵਿੱਚ ਮਿਲਦੇ ਹਨ। ਇਹਨਾਂ ਪਿਆਰਿਆਂ ਭੌਰਿਆਂ ਦੀ ਨਜ਼ਰੀ ਗੁਰੂ ਸਾਹਿਬਾਨ ਉਹ ਫੁੱਲ ਹਨ ਜਿਸ ਦੀ ਉਡੀਕ ਕੁਦਰਤ ਆਪਣੇ ਆਦਿ ਛਿਨ ਤੋਂ ਕਰ ਰਹੀ ਸੀ, ਜਿਸ ਦੇ ਖਿਲਣ ਨਾਲ ਉਸ ਦੀ ਹੋਂਦ ਨੂੰ ਫਿਰ ਅਹਿਸਾਸ ਹੋਇਆ ਕਿ ਉਸ ਦਾ ਹੋਣਾ ਇਸ ਫੁੱਲ 'ਤੇ ਟਿਕਿਆ ਸੀ। ਰੱਬੀ ਕੁਦਰਤ ਲਈ ਇਹ ਅਜਿਹਾ ਫੁੱਲ ਹੈ ਜਿਸ ਨੂੰ ਉਸ ਨੇ ਆਪ ਨਹੀਂ ਸਗੋਂ ਇਸ ਫੁੱਲ ਨੇ ਆਪ ਹੋਣ ਲਈ ਇਸ ਕੁਦਰਤ ਨੂੰ ਸਿਰਜਿਆ। ਇਹਨਾਂ ਸਭਨਾਂ ਦੀਆਂ ਰਜੋਈਆਂ ਨੂੰ ਪੂਰਨ ਕਰਦਿਆਂ ਗੁਰੂ ਨਾਨਕ ਆਪ ਇਸ ਜੱਗ 'ਤੇ ਆਉਂਦੇ ਹਨ। ਭਾਈ ਗੁਰਦਾਸ ਜੀ ਦਾ ਫਰਮਾਨ ਹੈ, ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਭੌਰੇ ਵੀ ਆਦ ਜੁਗਾਦ ਰੱਬੀ ਪਿਆਰੇ ਹਨ। ਉਹਨਾਂ ਸਰਵ ਪ੍ਰਥਮ ਇਸ ਫੁੱਲ ਭਾਵ ਗੁਰ ਪਰਮੇਸ਼ਰ ਦੇ ਮਨੁੱਖੀ ਜਾਮੇ ਨੂੰ ਪਹਿਚਾਣ ਲਿਆ ਹੈ। ਜਿਵੇਂ ਬੇਬੇ ਨਾਨਕੀ ਜੀ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਗੁਰ ਪਰਮੇਸ਼ਰ ਰੂਪ ਜਾਣ ਲੈਂਦੇ ਹਨ। ਸਿੱਖ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਕਿ ਗੁਰੂ ਸਾਹਿਬਾਨ ਆਪ ਵੀ ਇਹਨਾਂ ਭੌਰਿਆਂ ਰੂਪੀ ਰੱਬੀ ਪਿਆਰਿਆਂ ਦਾ ਮੋਹ ਕਰਦੇ ਹਨ। ਜਿਵੇਂ ਬੇਬੇ ਨਾਨਕੀ ਜੀ ਨੂੰ ਜਦੋਂ ਵੀ ਦਰਸ਼ਨਾਂ ਦੀ ਤਾਂਘ ਹੋਣੀ ਤਾਂ ਗੁਰੂ ਨਾਨਕ ਸਾਹਿਬ ਜੀ ਛਿਨ ਮਾਤਰ ਵਿੱਚ ਹੀ ਸੁਲਤਾਨਪੁਰ ਲੋਧੀ ਪਹੁੰਚ ਜਾਂਦੇ ਸਨ। ਬਾਬਾ ਬੁੱਢਾ ਜੀ ਦੇ ਸਵਾਰੀ ਨੇ ਸਿੱਖ ਸੇਵਕਾਂ ਵਾਂਗ ਆਪ ਛੇਵੇਂ ਪਾਤਸ਼ਾਹ ਦਾ ਮੋਢਾ ਲਾਉਣਾ ਅਤੇ ਉਹਨਾਂ ਦੇ ਅਕਾਲ ਚਲਾਣੇ 'ਤੇ ਵੈਰਾਗ ਕਰਨਾ ਇਹਨਾਂ ਗੱਲਾਂ ਦਾ ਪ੍ਰਮਾਣ ਹੀ ਤਾਂ ਹੈ। ਇਹ ਗੁਰਮੁਖ ਰੰਗ ਰਤੜੀਆਂ ਰੂਹਾਂ ਹੀ ਉਹ ਰੱਬੀ ਪਿਆਰੇ ਹਨ ਜਿਨ੍ਹਾਂ ਦਾ ਉੱਪਰ ਜ਼ਿਕਰ ਕੀਤਾ ਗਿਆ ਸੀ। ਇਹ ਉਹੀ ਗੁਰਮੁਖ ਰੂਹਾਂ ਨੇ ਜੋ ਆਪ ਨਿਰੰਕਾਰੀ ਅਭੇਦਤਾ ਕਾਰਨ ਜਨਮ ਮਰਨ ਦੇ ਚੱਕਰ ਵਿੱਚ ਨਾ ਹੋ ਕੇ ਸਿਰਫ ਪਰਉਪਕਾਰ ਕਰਨ ਲਈ ਧਰਤੀ 'ਤੇ ਆਉਂਦੀਆਂ ਹਨ। ਸੋ ਅਜਿਹੇ ਹੀ 48 ਰੱਬੀ ਪਿਆਰਿਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਦੀ ਧਰਤੀ 'ਤੇ 9 ਮਹੀਨੇ 9 ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਰਚਨਾ ਕਰਨ ਵੇਲੇ ਅਰਥ ਪੜ੍ਹਾਏ ਅਤੇ ਸਿਖਾਏ, ਜਿਸ ਦੇ ਫਲ ਸਰੂਪ ਇਹ ਰੱਬੀ ਪਿਆਰੇ ਸਰੀਰ ਦੀ ਬਜਾਏ ਰੂਹ ਅਵਸਥਾ ਵਿੱਚ ਚੇਤੰਨ ਹੋ ਜਗਤ ਦੀ ਸੁੱਧ ਬੁੱਧ ਤੋਂ ਪਾਰ ਚਲੇ ਗਏ। ਗੁਰੂ ਸਾਹਿਬ ਜੀ ਨੇ ਉਸੇ ਸਮੇਂ ਇਹਨਾਂ ਵਿੱਚੋਂ 2 ਰੱਬੀ ਪਿਆਰਿਆਂ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਜੀ ਨੂੰ ਦੁਬਾਰਾ ਜਗਤ ਦੀ ਦੇਹ ਪ੍ਰਮੁਖੀ ਚੇਤਨਾ ਵਿੱਚ ਵਾਪਸ ਲੈ ਆਏ। ਇਹਨਾਂ ਦੇ ਜਿਵੇਂ ਜੋ ਪਾਤਸ਼ਾਹ ਨੇ ਆਪ ਅਰਥ ਪੜ੍ਹਾਏ ਅਤੇ ਸਿਖਾਏ ਸਨ, ਉਸ ਵਿਦਿਆ ਨੂੰ ਅੱਗੇ ਸੀਨਾ ਪਸੀਨਾ ਵਧਾਉਣ ਲਈ ਆਦੇਸ਼ ਕੀਤਾ। ਭਾਈ ਮਨੀ ਸਿੰਘ ਜੀ ਅੰਮ੍ਰਿਤਸਰ ਅਤੇ ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਰਹਿ ਕੇ ਇਸ ਵਿਦਿਆ ਨੂੰ ਅੱਗੇ ਫੈਲਾਉਂਦੇ ਹਨ। ਇੱਥੋਂ ਹੀ ਫਿਰ ਦਮਦੀ ਟਕਸਾਲ ਦੇ ਅਗਲੇ ਇਤਿਹਾਸ ਦੀ ਸ਼ੁਰੂਆਤ ਹੁੰਦੀ ਹੈ। ਸਮਝਿਆ ਜਾਵੇ ਤਾਂ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਜੀ ਨੇ ਨਿਰੰਕਾਰੀ ਅਭੇਦਤਾ ਵਿੱਚੋਂ ਵਿਵਿਧ ਭੇਦਾਂ ਦੇ ਭਰੇ ਸੰਸਾਰ ਵਿੱਚ ਗੁਰ ਸੇਵਾ ਲਈ ਜਨਮ ਲਿਆ ਅਤੇ ਫਿਰ ਮਾਤਲੋਕ ਵਿੱਚ ਰਹਿੰਦਿਆਂ ਨਿਰੰਕਾਰੀ ਅਭੇਦਤਾ ਨੂੰ ਗੁਰਬਾਣੀ ਦੇ ਅਰਥ ਪੜ੍ਹ ਅਤੇ ਸੁਣ ਪ੍ਰਾਪਤ ਕੀਤਾ। ਪਰ ਇਸ ਤੋਂ ਬਿਖਮ ਕਾਰਜ ਉਹਨਾਂ ਲਈ ਸਿਰਫ ਮਾਤਲੋਕ ਵਿੱਚ ਰਹਿੰਦਿਆਂ ਨਿਰੰਕਾਰੀ ਅਭੇਦਤਾ ਵਿੱਚ ਮੌਲਣਾ ਨਹੀਂ ਸੀ, ਸਗੋਂ ਫਿਰ ਉਸ ਅਭੇਦਤਾ ਦੇ ਦੋਹਰੇ ਸੱਚ ਨੂੰ ਜਰ ਕੇ ਹੁਕਮ ਵਿੱਚ ਰੂਹ ਨੂੰ ਰੱਖਦਿਆਂ ਆਕਾਰੀ ਭੇਦਾਂ ਵਿੱਚ ਰਹਿਣਾ ਸੀ। ਭਾਵ ਉਹ ਪਹਿਲੋਂ ਹੀ ਅਜਿਹੀਆਂ ਬੰਦਗੀ ਵਾਲੀਆਂ ਰੂਹਾਂ ਸਨ ਜੋ ਜਨਮ ਮਰਨ ਤੋਂ ਮੁਕਤ ਨਿਰੰਕਾਰ ਦੇ ਚਰਨਾਂ ਵਿੱਚ ਵਾਸਾ ਕਰਦਿਆਂ ਉਸੇ ਦਾ ਹੀ ਰੂਪ ਸਨ। ਉਹਨਾਂ ਆਪ ਗੁਰ ਚਰਨਾਂ ਦੀ ਸੇਵਾ ਖਾਤਰ ਜਨਮ ਮਰਨ ਦੇ ਕਾਲ ਚੱਕਰ ਵਿੱਚ ਪ੍ਰਵੇਸ਼ ਕੀਤਾ। ਇਹ ਕਾਲ ਚੱਕਰ ਵਿਚਲੇ ਦੇਹ ਪ੍ਰਮੁਖਤਾ ਦੇ ਸੱਚ ਨੂੰ ਸਰੀਰਾਂ 'ਤੇ ਹੰਢਾਇਆ ਅਤੇ ਜਦੋਂ ਦਸਮ ਪਾਤਸ਼ਾਹ ਤੋਂ ਗੁਰਬਾਣੀ ਦੇ ਅਰਥ ਪੜ੍ਹੇ ਅਤੇ ਸੁਣੇ ਤਾਂ ਫਿਰ ਪਹਿਲੀ ਅਵਸਥਾ ਦੇ ਮਹਾਂਵਿਸ਼ਾਲ ਅਨਹਦ ਨਾਦ ਦੀ ਧੁਨੀ ਤੋਂ ਪ੍ਰਾਪਤ ਦੇਹ ਮੁਕਤ ਅਵਸਥਾ ਵਿੱਚੋਂ ਪਾਤਸ਼ਾਹ ਨੇ ਵਾਪਸ ਕੱਢ ਇਸ ਸਭ ਨੂੰ ਹੁਕਮ ਵਿੱਚ ਰੱਖਦਿਆਂ ਕਾਲ ਚੱਕਰ ਦੇ ਸੱਤ ਦੀ ਪ੍ਰਮੁਖਤਾ ਵਿੱਚ ਰਹਿਣ ਦਾ ਕਰੜਾ ਫਰਮਾਨ ਕੀਤਾ। ਇਹ ਇਤਨਾ ਕਠਿਨ ਕਾਰਜ ਹੈ ਕਿ ਇਸ ਸੱਤ ਨੂੰ ਜਰਨਾ ਅਤੇ ਹੁਕਮ ਵਿੱਚ ਰਹਿਣਾ ਬਹੁਤ ਹੀ ਘੱਟ ਰੂਹਾਂ ਦੇ ਲੇਖੇ ਆਇਆ ਹੈ। ਉਦਾਹਰਣ ਵਜੋਂ ਭਾਈ ਗੁਰਦਿੱਤਾ ਜੀ ਵੱਲੋਂ ਕਾਲ ਚੱਕਰ ਦੇ ਸੱਤ ਨੂੰ ਮੰਨ ਕੇ ਹੁਕਮ ਵਿੱਚ ਰਹਿਣ ਦੀ ਬਜਾਏ ਮਰੀ ਗਊ ਨੂੰ ਮੁੜ ਜਿੰਦਾ ਕਰ ਦੇਣ, ਜਾਂ ਬਾਬਾ ਅਟਲ ਰਾਏ ਦਾ ਇੱਕ ਲੜਕੇ ਨੂੰ ਮੁੜ ਪ੍ਰਾਣ ਬਖਸ਼ਣਾ ਆਦਿ ਅਨੇਕਾਂ ਹੀ ਗੁਰਸਿੱਖਾਂ ਦੀਆਂ ਸਾਖੀਆਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ।
ਇਹਨਾਂ ਉਦਾਹਰਨਾਂ ਵਿੱਚੋਂ ਸਾਂਝਾ ਸੂਤਰ ਇਹ ਨਿਕਲਦਾ ਹੈ ਕਿ ਰੱਬੀ ਪਿਆਰੇ ਗੁਰਮੁਖ ਰੂਹਾਂ ਦੇ ਹੱਥ ਨਿਰੰਕਾਰੀ ਅਭੇਦਤਾ ਕਾਰਨ ਹਰ ਤਰ੍ਹਾਂ ਦਾ ਕਾਰਜ ਤੇ ਕਰਾਮਾਤ ਕਰਨ ਦਾ ਬਲ ਹੁੰਦਾ ਹੈ। ਪਰ ਇਹ ਸਭ ਕੁਝ ਦੇ ਹੁੰਦਿਆਂ ਵੀ ਸਾਧਾਰਣ ਮਨੁੱਖਾਂ ਵਾਂਗ ਬਲਹੀਣ ਰਹਿਣਾ ਰੱਬੀ ਹੁਕਮ ਹੁੰਦਾ ਹੈ। ਇਸੇ ਤਰ੍ਹਾਂ ਅਸੀਂ ਇਤਿਹਾਸ ਵਿਚਲਾ ਇੱਕ ਪ੍ਰਸੰਗ ਦੇਖਦੇ ਹਾਂ। ਜਦੋਂ ਸਾਈਂ ਮੀਆਂ ਮੀਰ ਆਪ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਰੀਰ 'ਤੇ ਹੋ ਰਹੇ ਤਸੀਹਿਆਂ ਨੂੰ ਦੇਖ ਰੋਹ ਵਿੱਚ ਆ ਕੇ ਹਾਲੇ ਦਿੱਲੀ ਸਲਤਨਤ ਨੂੰ ਮਲੀਏ ਮੇਟ ਕਰਨ ਦੀ ਗੱਲ ਕਰਦੇ ਹੀ ਹਨ, ਤਾਂ ਗੁਰੂ ਸਾਹਿਬ ਜੀ ਉਸੇ ਸਮੇਂ ਉਹਨਾਂ ਨੂੰ ਹੁਕਮ ਵਿੱਚ ਰਹਿਣ ਲਈ ਹਦਾਇਤ ਕਰ ਦਿੰਦੇ ਹਨ। ਸੋ ਇਹ ਅਕਾਲੀ ਹੁਕਮ ਹੀ ਸੀ ਜੋ ਭਾਈ ਮਨੀ ਸਿੰਘ ਜੀ ਨੂੰ ਪੋਟਾ ਕਟਵਾਉਂਦਿਆਂ ਵੀ ਦੈਵੀ ਕਰਾਮਾਤ ਦਿਖਾਉਣ ਦੀ ਬਜਾਏ ਇੱਕ ਰਸ ਰਹਿ ਸ਼ਹਾਦਤ ਦਾ ਜਾਮ ਪੀਣ ਲਈ ਪ੍ਰੇਰਦਾ ਹੈ। ਇਸੇ ਵਿਚਾਰ ਨੂੰ ਬਾਬਾ ਦੀਪ ਸਿੰਘ ਜੀ ਦੀ ਸੀਸ ਕੱਟਿਆਂ ਵੀ ਜੰਗ ਦੇ ਮੈਦਾਨ ਵਿੱਚ ਲੜਦਿਆਂ ਦੇਖਿਆ ਜਾ ਸਕਦਾ ਹੈ। ਸੋ ਇਹਨਾਂ ਦੋ ਮਹਾਨ ਗੁਰਸਿੱਖਾਂ ਦੇ ਪਾਏ ਪੂਰਨਿਆਂ 'ਤੇ ਹੀ ਅੱਗੋਂ ਦਮਦੀ ਟਕਸਾਲ ਦੇ ਅਗਲੇਰੇ ਮੁਖੀਆਂ ਚੱਲ ਕੇ ਪੰਥ ਦੀ ਸਮੇਂ-ਸਮੇਂ 'ਤੇ ਯੋਗ ਅਗਵਾਈ ਕੀਤੀ। ਇਹਨਾਂ ਮੁਖੀਆਂ ਨੇ ਹੀ ਜ਼ਬਰ ਦਾ ਟਾਕਰਾ ਸਮੇਂ ਦੇ ਮੁਤਾਬਕ ਸਬਰ ਸਿਦਕ ਤੋਂ ਲੈ ਕੇ ਜੰਗ ਯੁੱਧ ਦੇ ਰੂਪ ਵਿੱਚ ਕੀਤਾ। ਪੰਥ ਵਿਚਲੇ ਆਪਸੀ ਮਤਭੇਦਾਂ ਤੋਂ ਲੈ ਕੇ ਹੰਕਾਰੇ ਅਨਧਰਮੀਆਂ ਦੇ ਅੰਨ੍ਹੇਵਾਹ ਤਸ਼ੱਦਦ ਨੂੰ ਦਮਦੀ ਟਕਸਾਲ ਦੇ ਮੁਖੀ ਅਤੇ ਵਿਦਿਆਰਥੀ ਸਹਿੰਦੇ ਆਏ ਹਨ। ਜਿਵੇਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਪੰਥ ਤੱਤ ਖਾਲਸਾ ਅਤੇ ਬੰਦਈ ਖਾਲਸਾ ਦੇ ਰੂਪ ਵਿੱਚ ਪੰਥ ਵਿੱਚ ਦੁਫਾੜ ਹੋਣ ਲੱਗਦਾ, ਤਾਂ ਭਾਈ ਮਨੀ ਸਿੰਘ ਜੀ ਇਹਨਾਂ ਦੀ ਸੁਲਾਹ ਕਰਾ ਫਿਰ ਤੋਂ ਪੰਥ ਨੂੰ ਇਕਜੁੱਟ ਕਰ ਆਪਸੀ ਏਕਤਾ ਨੂੰ ਹੋਰ ਮਜ਼ਬੂਤ ਕਰ ਦਿੰਦੇ ਹਨ। ਇਸੇ ਕਰਕੇ ਪੰਥ ਦੀਆਂ ਸਿਰਮੌਰ ਸੰਪਰਦਾਵਾਂ ਅਤੇ ਜਥੇਬੰਦੀਆਂ ਅੱਜ ਵੀ ਦਮਦੀ ਟਕਸਾਲ ਦਾ ਸਤਿਕਾਰ ਕਰਦੀਆਂ ਹਨ। ਇਸ ਤਰ੍ਹਾਂ ਜਗ ਜ਼ਾਹਰ ਹੁੰਦਾ ਹੈ ਕਿ ਦਮਦੀ ਟਕਸਾਲ ਦਾ ਮੁਖੀ ਹੋਣਾ ਕੋਈ ਸਾਧਾਰਨ ਗੱਲ ਨਹੀਂ। ਇਹ ਤਾਂ ਉਹੀ ਹੋ ਸਕਦਾ ਹੈ ਜੋ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਜੀ ਦੇ ਪਾਏ ਪੂਰਨਿਆਂ 'ਤੇ ਚੱਲ ਸਕੇ। ਭਾਵ ਜੋ ਆਪ ਨਿਰੰਕਾਰੀ ਅਭੇਦਤਾ ਵਿੱਚੋਂ ਇਸ ਭੇਦੀ ਮਾਇਆਧਾਰੀ ਸੰਸਾਰ ਵਿੱਚ ਗੁਰਸੇਵਾ ਹਿਤ ਜਨਮ ਲਏ ਅਤੇ ਫਿਰ ਗੁਰਬਾਣੀ ਵਿੱਚੋਂ ਨਿਰੰਕਾਰੀ ਅਭੇਦਤਾ ਨੂੰ ਮੁੜ ਪ੍ਰਾਪਤ ਕਰਦਿਆਂ ਦੁਨੀਆ ਤੋਂ ਉਪਰਾਮ ਹੋਣ ਦੀ ਬਜਾਏ ਕਰਮ ਪ੍ਰਧਾਨਤਾ ਦੇ ਧਰਮ ਨੂੰ ਨਿਭਾਏ। ਇਸੇ ਲਈ ਕਿਹਾ ਜਾਂਦਾ ਹੈ ਕਿ ਦਮਦੀ ਟਕਸਾਲ ਬ੍ਰਹਮ ਵਿਦਿਆ ਦੇਣ ਵਾਲੀ ਟਕਸਾਲ ਹੈ। ਇਹ ਬ੍ਰਹਮ ਵਿਦਿਆ ਹੀ ਤਾਂ ਹੈ ਜੋ ਗੁਰਬਾਣੀ ਦੇ ਗੂੜ੍ਹ ਰਮਜ਼ਾਂ ਨੂੰ ਦਸਮ ਪਾਤਸ਼ਾਹ ਤੋਂ ਚੱਲੇ ਆ ਰਹੇ ਸੀਨਾ ਬਸੀਨਾ ਅਰਥਾਂ ਸੁੱਧ ਉਚਾਰਨ ਅਤੇ ਰਹਿਤ ਮਰਿਆਦਾ ਦੇ ਰੂਪ ਵਿੱਚ ਵਿਦਿਆਰਥੀਆਂ ਨੂੰ ਦੇ ਕੇ ਨਾਮ ਰਸ ਦੇ ਅਭਲਾਕੀ ਬਣਾ ਦਿੰਦੀ ਹੈ। ਇਸ ਸੁੱਧ ਉਚਾਰਨ ਦੀ ਰੀਤ, ਅਰਥ ਅਤੇ ਰਹਿਤ ਮਰਿਆਦਾ ਦੀ ਮਹਾਨਤਾ ਕਿਤਨੀ ਹੈ, ਇਸ ਬਾਬਤ ਬਾਬਾ ਨਰਿੰਦਰ ਸਿੰਘ ਜੀ ਕਾਰ ਸੇਵਾ ਵਾਲੇ ਲੰਗਰ ਸਾਹਿਬ ਹਜ਼ੂਰ ਸਾਹਿਬ ਵਾਲਿਆਂ ਦੇ ਕੀਤੇ ਗਏ ਬਚਨਾਂ ਤੋਂ ਮਿਲੀ। ਦਾਸ ਇੱਕ ਵਾਰ ਸੱਚਖੰਡ ਜੀ ਹਜ਼ੂਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਦਿਆਂ ਜਦੋਂ ਲੰਗਰ ਸਾਹਿਬ ਨੂੰ ਨਤਮਸਤਕ ਹੋ ਕੇ ਆ ਰਿਹਾ ਸੀ ਤਾਂ ਬਾਬਾ ਜੀ ਦੇ ਦਰਸ਼ਨ ਹੁੰਦੇ ਹਨ। ਬਾਬਾ ਨਰਿੰਦਰ ਸਿੰਘ ਜੀ ਜਿਨ੍ਹਾਂ ਸੰਗਤਾਂ ਨੂੰ ਬਚਨ ਸੁਣਾ ਕੇ ਨਿਹਾਲ ਕਰ ਰਹੇ ਸੀ, ਦਾਸ ਵੀ ਉਸੇ ਸੰਗਤ ਵਿੱਚ ਲਾਹਾ ਲੈਣ ਤੇ ਹਾਲੇ ਬੈਠਣ ਹੀ ਲੱਗਾ ਕਿ ਬਾਬਾ ਜੀ ਨੇ ਦਾਸ ਵੱਲ ਇਸ਼ਾਰਾ ਕਰਕੇ ਆਪਣੇ ਪਾਸ ਬੁਲਾਇਆ। ਉਹਨਾਂ ਦਾਸ ਨੂੰ ਆਪਣੇ ਨਾਲ ਬਿਠਾਇਆ। ਇਹਨਾਂ ਸਤਿਕਾਰ ਦੇਣ ਦਾ ਕਾਰਨ ਪੁੱਛਿਆ ਤਾਂ ਉਹਨਾਂ ਕਿਹਾ, ਤੁਸੀਂ ਦਮਦੀ ਟਕਸਾਲ ਦੇ ਸਿੰਘ ਹੋ ਅਤੇ ਦਸਵੇਂ ਪਾਤਸ਼ਾਹ ਜੀ ਨਿਰੰਕਾਰ ਦਾ ਅਸਲ ਖਜ਼ਾਨਾ ਦਮਦੀ ਟਕਸਾਲ ਨੂੰ ਦੇ ਗਏ ਹਨ। ਇਸ ਲਈ ਦਮਦੀ ਟਕਸਾਲ ਦੇ ਸਿੰਘਾਂ ਦਾ ਮਾਣ ਕਰਨਾ ਬਣਦਾ ਹੈ। ਸੋ ਅਜਿਹੀ ਟਕਸਾਲ ਦੇ ਨਿਮਾਣੇ ਜਿਹੇ ਸੇਵਕ ਬਣ ਕੇ ਸੰਤ ਬਾਬਾ ਠਾਕਰ ਸਿੰਘ ਜੀ ਨੇ ਲਗਭਗ 60 ਸਾਲ ਸੇਵਾ ਕੀਤੀ ਅਤੇ ਨਿਰੰਕਾਰ ਦੇ ਅਸਲ ਖਜ਼ਾਨੇ ਨੂੰ ਵੰਡਿਆ। ਬਾਬਾ ਜੀ ਦੀ ਸੰਗਤ ਕਰਨ ਵਾਲੇ ਹਰੇਕ ਜੀਵ ਮਾਤਰ ਨੇ ਗੁਰ ਪਰਮੇਸ਼ਰ ਵੱਲੋਂ ਬਖਸ਼ੀ ਸੋਝੀ ਅਨੁਸਾਰ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਕਿਸੇ ਲਈ ਉਹ ਸਿਰਫ ਨਿਮਰਤਾ ਦੀ ਮੂਰਤ ਪੰਥ ਸੇਵਕ, ਕਿਸੇ ਲਈ ਪੰਥਕ ਬਾਪੂ ਜਾਂ ਕਿਸੇ ਲਈ ਸੰਤ ਨਾਮ ਬਾਣੀ ਦੇ ਨਿਰੰਤਰ ਰਸੀਏ ਜਾਂ ਪੂਰਨ ਬ੍ਰਹਮ ਗਿਆਨੀ। ਅਤੇ ਜੇਕਰ ਟਕਸਾਲ ਦੇ ਵਿਦਿਆਰਥੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਲਈ ਜਥੇ ਦੀ ਮਾਂ ਸਨ। ਇਸ ਤਰ੍ਹਾਂ ਸੈਂਕੜੇ ਹੀ ਤਰ੍ਹਾਂ ਦੇ ਉਹਨਾਂ ਨੂੰ ਲਕਬ ਵਿਸ਼ੇਸ਼ਣੀ ਨਾਮ ਦਿੱਤੇ ਜਾ ਸਕਦੇ ਹਨ। ਪਰ ਜੇਕਰ ਵਿਵੇਕ ਬੁੱਧ ਤੋਂ ਗੱਲ ਕੀਤੀ ਜਾਵੇ ਤਾਂ ਉਹ ਜਿਨ੍ਹਾਂ ਨਾ ਵਿਸਰਿਆ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜੇਹਿਆ ਵਾਲੀ ਅਵਸਥਾ ਦੇ ਮਾਲਕ ਹਨ। ਭਾਵ ਬਾਬਾ ਜੀ ਆਪ ਉਸ ਮਾਲਕ ਪ੍ਰਭੂ ਵਰਗੇ ਹੀ ਸਨ ਜਿਨ੍ਹਾਂ ਦਾ ਉਹ ਨਿਰੰਤਰ ਅੱਠੇ ਪਹਿਰੀ ਨਾਮ ਸਿਮਰਨ ਕਰਦੇ ਰਹਿੰਦੇ ਸਨ। ਬਾਬਾ ਜੀ ਦਾ ਪ੍ਰੇਮ ਸਰਦਕ ਅਤੇ ਅਸਰਦਕ ਸਭ ਲਈ ਇਕਸਾਰ ਅਤੇ ਸਾਂਝਾ ਹੁੰਦਾ ਸੀ ਅਤੇ ਉਹ ਮਾਨ ਅਪਮਾਨ ਦੋਨੋਂ ਤੋਂ ਉੱਪਰ ਸਨ। ਇਸ ਲਈ ਇਸ ਕਥਨ ਨੂੰ ਕਿਸੇ ਅੰਨੀ ਸਰਦਾ ਵਿੱਚ ਨਿਕਲਿਆ ਸਮਝਣਾ ਗਲਤ ਹੀ ਹੋਵੇਗਾ। ਉਹਨਾਂ ਦਾ ਜੀਵਨ ਆਪ ਹੀ ਉਪਰੋਕਤ ਗੁਰਬਾਣੀ ਦੇ ਫਰਮਾਨ ਦੀ ਉਦਾਹਰਣ ਬਣਦਾ ਹੈ। ਮਰਦੇ ਮੁਜਾਹਿਦ ਬਾਬਾ ਕੌਮ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਵੀ ਉਹਨਾਂ ਨੂੰ ਧਰਤੀ 'ਤੇ ਤੁਰਿਆ ਫਿਰਦਾ ਰੱਬ ਕਹਿੰਦੇ ਸਨ। ਉਹ ਅਕਸਰ ਹੀ ਕਹਿੰਦੇ ਹੁੰਦੇ ਸਨ ਕਿ ਅਗਰ ਕਿਸੇ ਨੇ ਧਰਤੀ 'ਤੇ ਰੱਬ ਦੇਖਣਾ ਤਾਂ ਬਾਬਾ ਠਾਕਰ ਸਿੰਘ ਜੀ ਦੇ ਦਰਸ਼ਨ ਕਰ ਲਵੇ।
ਦਮਦਮੀ ਟਕਸਾਲ ਦੇ ਹਰੇਕ ਸਿੰਘ ਲਈ ਅਤੇ ਹਰ ਇੱਕ ਪ੍ਰੇਮੀ ਲਈ ਜਿਸ ਨੇ ਉਹਨਾਂ ਦਾ ਸੰਗ ਕੀਤਾ ਹੈ, ਉਹਨਾਂ ਲਈ ਬਾਬਾ ਜੀ ਸੱਚੇ ਰੱਬੀ ਪਿਆਰੇ ਪੂਰਨ ਬ੍ਰਹਮ ਗਿਆਨੀ ਹੀ ਰਹਿਣਗੇ, ਜਿਨ੍ਹਾਂ ਨੇ ਧਰਤੀ ਦੇ ਜੀਵਾਂ ਦੇ ਪਰਉਪਕਾਰ ਹਿੱਤ ਹੀ ਜਨਮ ਲਿਆ ਸੀ। ਇਸ ਲਈ ਉਹਨਾਂ ਦੇ ਜੀਵਨ ਨੂੰ ਜਨਮ ਮਰਨ ਦੀ ਕੋਟੀ ਵਿੱਚ ਦੇਖਣਾ ਗਲਤ ਹੋਵੇਗਾ, ਕਿਉਂਕਿ ਉਹ ਰੱਬ ਦੇ ਚੁਣੇ ਹੋਏ ਪਿਆਰਿਆਂ ਵਿੱਚੋਂ ਹਨ, ਜਿਨ੍ਹਾਂ ਦਾ ਮੋਹ ਨਿਰੰਕਾਰ ਪ੍ਰਭੂ ਆਪ ਕਰਦੇ ਹਨ। ਇਸ ਲਈ ਨਿਰੰਕਾਰੀ ਅਭੇਦਤਾ ਨੂੰ ਪਹਿਲੋਂ ਪ੍ਰਾਪਤ ਬਾਬਾ ਠਾਕਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਸਿਰਫ 1912 ਈਸਵੀ ਤੋਂ ਲੈ ਕੇ 2004 ਈਸਵੀ ਤੱਕ ਦੇ ਮਨੁੱਖਾ ਦੇਹੀ ਦੇ ਸਫ਼ਰ ਨੂੰ ਪੇਸ਼ ਕਰਕੇ ਦਾਸ ਇਹ ਦਾਅਵਾ ਨਹੀਂ ਕਰ ਸਕਦਾ ਹੈ ਕਿ ਉਹਨਾਂ ਦਾ ਸੰਪੂਰਨ ਜੀਵਨ ਉਹ ਲਿਖ ਸਕਦਾ ਹੈ। ਜੇਕਰ ਕੋਈ ਇਹ ਦਾਅਵਾ ਕਰਦਾ ਹੈ ਕਿ ਉਹ 1912 ਈਸਵੀ ਤੋਂ 2004 ਈਸਵੀ ਤੱਕ ਦੇ ਸਾਲ ਹੀ ਉਹਨਾਂ ਦੇ ਸਮੁੱਚੇ ਜੀਵਨ ਨੂੰ ਪੇਸ਼ ਕਰਨ ਦੇ ਸਰੋਤ ਬਣ ਸਕਦੇ ਹਨ, ਤਾਂ ਉਹ ਭਾਰੀ ਭੁੱਲ ਕਰੇਗਾ। ਨਿਰੰਕਾਰੀ ਪਰਮੇਸ਼ਰ ਦੇ ਆਦਿ ਜੁਗਾਦੀ ਪਿਆਰਿਆਂ ਨੂੰ ਧਰਤੀ 'ਤੇ ਵਾਪਰ ਰਹੇ ਕਾਲਾਂ ਅਧੀਨ ਵੰਡ ਕੇ ਪੇਸ਼ ਕਰਨਾ ਸਾਡੀ ਸੀਮਿਤਤਾ ਹੋ ਸਕਦੀ ਹੈ, ਪਰਉਪਕਾਰੀ ਰੂਹਾਂ ਦੀ ਨਹੀਂ। ਉਹਨਾਂ ਦੇ ਪਰਉਪਕਾਰੀ ਕਾਰਜ ਭੂਤ, ਭਵਿੱਖ ਅਤੇ ਭਵਿਆਨ ਵਿੱਚ ਨਿਰੰਤਰ ਚੱਲੇ ਅਤੇ ਚੱਲਦੇ ਰਹਿਣ ਵਾਲੇ ਹਨ। ਇਸ ਲਈ ਸਿਰਫ ਕੋਈ ਇੱਕ ਜੀਵਨ ਕਾਲ ਦੀ ਸੋਝੀ ਤਹਿਤ ਬਾਬਾ ਜੀ ਦੇ ਸੰਪੂਰਨ ਜੀਵਨ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਦਮਦਮੀ ਟਕਸਾਲ ਦੇ ਸਿੰਘਾਂ ਅਤੇ ਬਾਬਾ ਜੀ ਦੀ ਸੰਗਤ ਕਰਨ ਵਾਲੇ ਸ਼ਰਧਾਲੂਆਂ ਲਈ ਬਾਬਾ ਜੀ ਅੱਜ ਵੀ ਰੱਬ ਰੂਪ ਹੀ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਈਂ ਜਿਹਾ ਪੋਥੀ ਦੇ ਵਿੱਚ ਕੁਝ ਮਹਾਂਪੁਰਖਾਂ ਦੀਆਂ ਗੁਰੂ ਸਾਹਿਬਾਂ ਦੀਆਂ ਫੋਟੋਆਂ ਵੀ ਦਿੱਤੀਆਂ ਗਈਆਂ ਹਨ। ਪਹਿਲੀ ਫੋਟੋ ਦਮਦਮੀ ਟਕਸਾਲ ਦੇ ਬਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਵਿਖੇ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੰਠੋਂ ਉਚਾਰ ਕੇ ਲਿਖਵਾਉਂਦੇ ਹੋਏ। ਦੂਸਰੀ ਫੋਟੋ ਬਾਬਾ ਦੀਪ ਸਿੰਘ ਜੀ ਸ਼ਹੀਦ। ਬਾਬਾ ਦੀਪ ਸਿੰਘ ਜੀ ਸ਼ਹੀਦ ਨੇ ਸ੍ਰੀ ਦਮਦਮਾ ਸਾਹਿਬ ਵਿਖੇ ਰਹਿ ਕੇ ਅਨੇਕਾਂ ਹੀ ਪ੍ਰਾਣੀਆਂ ਨੂੰ ਬ੍ਰਹਮ ਵਿਦਿਆ ਦੀ ਦਾਤ ਬਖਸ਼ੀ। ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 4 ਸਰੂਪ ਗੁਰਮੁਖੀ ਅਤੇ ਇੱਕ ਅਰਬੀ ਭਾਸ਼ਾ ਵਿੱਚ ਲਿਖਣ ਦੀ ਮਹਾਨ ਸੇਵਾ ਕੀਤੀ ਅਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਵਿੱਤਰਤਾ ਲਈ ਬਿਨਾਂ ਸੀਸ ਤੋਂ ਜੰਗ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ। ਦੂਸਰੀ ਫੋਟੋ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ। ਬਾਬਾ ਗੁਰਬਖਸ਼ ਸਿੰਘ ਜੀ ਨੇ ਦਮਦਮੀ ਟਕਸਾਲ ਦੇ ਮੁਖੀ ਵਜੋਂ ਅਨੇਕਾਂ ਹੀ ਸਿੰਘਾਂ ਨੂੰ ਬ੍ਰਹਮ ਵਿਦਿਆ ਵੰਡੀ ਅਤੇ ਬਾਬਾ ਦੀਪ ਸਿੰਘ ਜੀ ਵਾਂਗ ਹੀ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਵਿੱਤਰਤਾ ਲਈ ਬਿਨਾਂ ਸੀਸ ਤੋਂ ਜੰਗ ਲੜਦਿਆਂ ਸ਼ਹੀਦੀ ਦਾ ਜਾਮ ਪੀਤਾ। ਫੋਟੋ ਗਿਆਨੀ ਭਾਈ ਸੂਰਤ ਸਿੰਘ ਜੀ। ਦਮਦਮੀ ਟਕਸਾਲ ਦੇ ਮੁਖੀ ਗਿਆਨੀ ਭਾਈ ਸੂਰਤ ਸਿੰਘ ਜੀ ਸਿੱਖ ਪੰਥ ਦੀ ਮਹਾਨ ਸ਼ਖਸੀਅਤ ਸਨ। ਭਾਈ ਮਨੀ ਸਿੰਘ ਜੀ ਪਾਸੋਂ ਸੁਣੀ ਕਥਾ ਨੂੰ ਲਿਖਤੀ ਰੂਪ ਦੇਣ ਤੋਂ ਇਲਾਵਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਪਹਿਲਾ ਟੀਕਾ ਆਪ ਜੀ ਨੇ ਲਿਖ ਕੇ ਸਿੱਖ ਪੰਥ ਦੀ ਮਹਾਨ ਸੇਵਾ ਕੀਤੀ। ਫੋਟੋ ਭਾਈ ਗੁਰਦਾਸ ਸਿੰਘ ਜੀ। ਭਾਈ ਗੁਰਦਾਸ ਸਿੰਘ ਜੀ ਨੇ ਦਮਦਮੀ ਟਕਸਾਲ ਦੇ ਮੁਖੀ ਦੇ ਰੂਪ ਵਿੱਚ ਅਨੇਕਾਂ ਹੀ ਵਿਦਿਆਰਥੀਆਂ ਨੂੰ ਬ੍ਰਹਮ ਵਿਦਿਆ ਦੀ ਦਾਤ ਵੰਡੀ ਅਤੇ ਗੁਰਬਾਣੀ ਦੇ ਅਰਥ ਬੋਧ ਲਈ ਅਨੇਕਾਂ ਕਾਰਜ ਕੀਤੇ। ਫੋਟੋ ਗਿਆਨੀ ਭਾਈ ਸੰਤ ਸਿੰਘ ਜੀ। ਦਮਦਮੀ ਟਕਸਾਲ ਦੇ ਮੁਖੀ ਗਿਆਨੀ ਭਾਈ ਸੰਤ ਸਿੰਘ ਜੀ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਵਜੋਂ ਸੇਵਾ ਨਿਭਾਉਂਦੇ ਸਨ। ਆਪ ਜੀ ਦੀ ਦਿੱਤੀ ਪ੍ਰੇਰਨਾ ਸਦਕਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸੋਨਾ ਚੜ੍ਹਾਉਣ ਦੀ ਸੇਵਾ ਕੀਤੀ ਅਤੇ ਆਪ ਜੀ ਦੇ ਵਿਦਿਆਰਥੀ ਸਿੱਖ ਪੰਥ ਦੇ ਮਹਾਨ ਕਵੀ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਸਮੇਤ ਅਨੇਕਾਂ ਗ੍ਰੰਥਾਂ ਦੀ ਰਚਨਾ ਕੀਤੀ। ਫੋਟੋ ਸੰਤ ਦਇਆ ਸਿੰਘ ਜੀ। ਸੰਤ ਦਇਆ ਸਿੰਘ ਜੀ ਦਮਦਮੀ ਟਕਸਾਲ ਦੇ ਮਹਾਂਪੁਰਖਾਂ ਵਾਂਗ ਬਹੁਤ ਹੀ ਨਾਮ ਬਾਣੀ ਦੇ ਅਭਿਆਸੀ ਸਨ। ਦਮਦਮੀ ਟਕਸਾਲ ਦੇ ਮੁਖੀ ਵਜੋਂ ਆਪ ਜੀ ਨੇ ਹਜ਼ਾਰਾਂ ਹੀ ਵਿਦਿਆਰਥੀਆਂ ਨੂੰ ਬ੍ਰਹਮ ਵਿਦਿਆ ਦੀ ਦਾਤ ਵੰਡੀ। ਫੋਟੋ ਗਿਆਨੀ ਭਗਵਾਨ ਸਿੰਘ ਜੀ। ਸੰਤ ਗਿਆਨੀ ਭਗਵਾਨ ਸਿੰਘ ਜੀ ਨੇ ਦਮਦਮੀ ਟਕਸਾਲ ਦੇ ਮੁਖੀਆਂ ਵਾਂਗ ਅਨੇਕਾਂ ਹੀ ਸਿੰਘਾਂ ਨੂੰ ਨਾਮ ਬਾਣੀ ਦੇ ਲੜ ਲਾਇਆ। ਗੁਰਬਾਣੀ ਵਿਆਖਿਆ ਪ੍ਰਣਾਲੀ ਦਾ ਵਿਕਾਸ ਕਰਦਿਆਂ ਕਈ ਗ੍ਰੰਥ ਰਚੇ ਅਤੇ ਸੰਤ ਹਰਨਾਮ ਸਿੰਘ ਜੀ ਬੇਦੀ, ਸੰਤ ਫਤਿਹਚੰਦ ਜੀ ਅਤੇ ਸੰਤ ਅਮੀਰ ਸਿੰਘ ਜੀ ਵਰਗੇ ਅਨੇਕਾਂ ਹੀ ਵਿਦਵਾਨ ਤਿਆਰ ਕਰਕੇ ਸਿੱਖ ਪੰਥ ਦੀ ਸੇਵਾ ਕੀਤੀ। ਸੰਤ ਗਿਆਨੀ ਹਰਨਾਮ ਸਿੰਘ ਜੀ ਬੇਦੀ। ਸੰਤ ਹਰਨਾਮ ਸਿੰਘ ਜੀ ਬੇਦੀ ਨੇ ਵੀ ਸੰਤ ਗਿਆਨੀ ਭਗਵਾਨ ਸਿੰਘ ਜੀ ਤਰ੍ਹਾਂ ਅਨੇਕਾਂ ਵਿਦਿਆਰਥੀ ਸਿੰਘਾਂ ਨੂੰ ਬ੍ਰਹਮ ਵਿਦਿਆ ਦੀ ਦਾਤ ਵੰਡਦਿਆਂ ਗੁਰਬਾਣੀ ਦੇ ਗੂੜ੍ਹ ਵਿਦਵਾਨ ਬਣਾਇਆ। ਸੰਤ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ। ਸੰਤ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ ਬਹੁਤ ਹੀ ਭਜਨੀਕ ਅਤੇ ਬੰਦਗੀ ਵਾਲੇ ਮਹਾਨ ਗੁਰਸਿੱਖ ਸਨ। ਦਮਦਮੀ ਟਕਸਾਲ ਦੇ ਮੁਖੀ ਦੇ ਤੌਰ 'ਤੇ ਸਿੱਖ ਪੰਥ ਵਿੱਚ ਆਪ ਜੀ ਨੂੰ ਇੱਕ ਮਹਾਨ ਵਿਦਵਾਨ ਅਤੇ ਉੱਘੇ ਗੁਰਮਤਿ ਪ੍ਰਚਾਰਕ ਵਜੋਂ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਆਪਣੇ ਸਮੇਂ ਵਿੱਚ ਹਜ਼ਾਰਾਂ ਹੀ ਪ੍ਰਾਣੀਆਂ ਨੂੰ ਸਿੱਖੀ ਨਾਲ ਜੋੜਿਆ। ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ। ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਵੀ ਬਹੁਤ ਭਜਨੀਕ ਅਤੇ ਪੂਰਨ ਸੰਤ ਮਹਾਤਮਾ ਸਨ।
ਆਪ ਜੀ ਨੇ ਅਨੇਕਾਂ ਹੀ ਦੂਰ ਦੁਰਾਡੇ ਇਲਾਕਿਆਂ ਵਿੱਚ ਜਾ ਕੇ ਗੁਰਮਤਿ ਪ੍ਰਚਾਰ ਕੀਤਾ ਅਤੇ 10 ਲੱਖ ਦੇ ਕਰੀਬ ਪ੍ਰਾਣੀਆਂ ਨੂੰ ਅੰਮ੍ਰਿਤ ਦੀ ਦਾਤ ਛਕਾਉਣ ਦੀ ਸੇਵਾ ਕੀਤੀ। ਆਪ ਜੀ ਨੇ 21 ਵਾਰ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਕੀਤੀ ਅਤੇ ਹਜ਼ਾਰਾਂ ਹੀ ਵਿਦਿਆਰਥੀ ਸਿੱਖੀ ਦੇ ਪ੍ਰਚਾਰ ਲਈ ਤਿਆਰ ਕੀਤੇ। ਸੰਤ ਗਿਆਨੀ ਗੁਰਬਚਨ ਸਿੰਘ ਜੀ ਪੂਰਨ ਸੰਤ ਮਹਾਤਮਾ ਅਤੇ ਵਿਦਿਆ ਮਾਰਤੰਡ ਸਨ। ਆਪ ਜੀ ਨੇ ਪੂਰੇ ਭਾਰਤ ਦੇ ਕੋਨੇ-ਕੋਨੇ ਵਿੱਚ ਜਾ ਕੇ ਸਿੱਖੀ ਦਾ ਬੇਮਿਸਾਲ ਪ੍ਰਚਾਰ ਕੀਤਾ ਅਤੇ ਲੱਖਾਂ ਹੀ ਪ੍ਰਾਣੀਆਂ ਨੂੰ ਸਿੱਖੀ ਨਾਲ ਜੋੜਿਆ। ਆਪ ਜੀ ਨੇ ਹਜ਼ਾਰਾਂ ਹੀ ਸਿੰਘਾਂ ਨੂੰ ਬ੍ਰਹਮ ਵਿਦਿਆ ਦੀ ਦਾਤ ਦਿੱਤੀ ਅਤੇ ਸਿੱਖੀ ਪ੍ਰਚਾਰ ਦੀ ਲਹਿਰ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਵਿੱਚ ਪ੍ਰਮੁੱਖ ਰੋਲ ਨਿਭਾਇਆ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ। ਸੰਤ ਕਰਤਾਰ ਸਿੰਘ ਜੀ ਮਹਾਨ ਗੁਰਮਤਿ ਪ੍ਰਚਾਰਕ ਅਤੇ ਪੂਰਨ ਸੰਤ ਮਹਾਤਮਾ ਸਨ। ਆਪ ਜੀ ਨੇ ਐਮਰਜੈਂਸੀ ਦੇ ਕਠਿਨ ਦੌਰ ਵਿੱਚ ਸਿੱਖੀ ਦੇ ਪ੍ਰਚਾਰ ਹਿੱਤ ਨਿਰੰਤਰ 37 ਜਲੂਸ ਕੱਢੇ ਅਤੇ ਲੱਖਾਂ ਹੀ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ। ਸੰਤ ਜਰਨੈਲ ਸਿੰਘ ਜੀ ਨੇ ਦਮਦਮੀ ਟਕਸਾਲ ਦੇ ਮੁਖੀ ਬਣਦਿਆਂ ਹੀ ਸਿੱਖੀ ਦੇ ਪ੍ਰਚਾਰ ਦੀ ਅਜਿਹੀ ਲਹਿਰ ਚਲਾਈ ਕਿ ਲੱਖਾਂ ਨੌਜਵਾਨਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ ਜਦੋਂ ਜ਼ਾਲਮ ਸਰਕਾਰ ਨੇ ਸਿੱਖੀ ਦੇ ਕਹਿਰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਧਰਮਯੁੱਧ ਮੋਰਚੇ ਦੀ ਅਗਵਾਈ ਕਰਦਿਆਂ ਸਰਕਾਰ ਦੇ ਬੁਰੀ ਤਰ੍ਹਾਂ ਦੰਦ ਖੱਟੇ ਕੀਤੇ। ਫੋਟੋ ਸੰਤ ਬਾਬਾ ਠਾਕਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ। ਫੋਟੋ ਦਮਦਮੀ ਟਕਸਾਲ ਦੇ ਮਹਾਂਪੁਰਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।